408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਜਿਹੜੀ ਪਹਿਲੀ ਅੰਤਰਰਾਸ਼ਟਰੀ ਖਬਰ ਦੇ ਉੱਤੇ ਜੇ ਆਪਾਂ ਪਹਿਲਾਂ ਨਜ਼ਰ ਮਾਰ ਲਈਏ ਤਾਂ ਕਹਿੰਦੇ ਸੀਰੀਆ ਦੇ ਉੱਤੇ ਤੁਰਕੀ ਨੇ ਕਰ ਦਿੱਤਾ ਹਮਲਾ, ਬੇਸਿਕਲੀ ਕੁਰਦਾਂ ਦੇ ਉੱਤੇ 50,000 ਤੋਂ ਵੱਧ ਲੋਕਾਂ ਨੇ ਛੱਡੇ ਘਰ। ਬਿਲਕੁਲ ਇਹ ਵੀ ਇੱਕ ਸਮੱਸਿਆ ਬਣਦੀ ਜਾਣੀ ਆ ਹੁਣ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਕਿ ਸੀਰੀਆ ਦੇ ਵਿੱਚ ਅੱਗੇ ਚੱਲਿਆ ਸੀ ਕਨਫਲਿਕਟ, ਉਸ ਤੋਂ ਬਾਅਦ ਬਹੁਤ ਵੱਡੀ ਹਿਜਰਤ ਹੋਈ ਸੀਗੀ। ਦੁਨੀਆ ਦੇ ਸਾਹਮਣੇ ਇੱਕ ਹਿਜਰਤਕਾਰੀਆਂ ਨੂੰ ਕਿੱਥੇ ਟਿਕਾਣੇ ਲਾਇਆ ਜਾਵੇ, ਤਾਂ ਹੁਣ ਉਹੀ ਗੱਲ ਫਿਰ ਹੋ ਗਈ ਆ ਕਿ 24 ਘੰਟਿਆਂ 'ਚ ਦੱਸਦੇ ਆ ਕਿ ਸੀਰੀਆ ਦੇ ਅੰਦਰ 50,000 ਤੋਂ ਵੱਧ ਲੋਕਾਂ ਨੇ ਘਰ ਆਪਣਾ ਛੱਡ ਕੇ ਤੇ ਸੁਰੱਖਿਅਤ ਥਾਵਾਂ ਵੱਲ ਚਾਲੇ ਪਾ ਦਿੱਤੇ ਆ। ਤੇ ਯੁੱਧ ਦੀ ਨਿਗਰਾਨੀ ਕਰ ਰਹੀ ਬ੍ਰਿਟਿਸ਼ ਸੰਚਾਲਨ ਸੰਸਥਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਇਹ ਸਾਰੀ ਗੱਲ ਜਿਹੜੀ ਉਹ ਦੱਸ ਦਿੱਤੀ ਆ ਕਿ ਪੂਰਬੀ ਹਸਾ ਕੇ ਸ਼ਹਿਰ ਵੱਲ ਇਹ ਵੱਧ ਰਹੇ ਆ ਹਿਜਰਤਕਾਰੀ। ਸੋ ਕਹਿਣ ਦਾ ਭਾਵ ਇਹ ਆ ਕਿ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਸੀਰੀਆ ਦੇ ਵਿੱਚ ਥੋੜਾ ਜਿਹਾ ਅਮਨ ਹੋਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਬਦਅਮਨੀ ਸ਼ੁਰੂ ਹੋ ਗਈ ਆ। ਉਹਦਾ ਸਿਲਾ ਜਿਹੜਾ ਉਹ ਮੈਂ ਸਮਝਦਾ ਕਿ ਅਮਰੀਕਾ ਨੂੰ ਵਾਹਵਾ ਜਾਂਦਾ। ਇਹਦਾ ਇੱਕ ਕਾਰਨ ਤੇ ਇਹ ਆ ਕਿ ਦੇਖੋ, ਪਹਿਲਾਂ ਤੁਹਾਨੂੰ ਥੋੜਾ ਜਿਹਾ ਇਤਿਹਾਸਿਕ ਪਰਪੇਖ ਜਾਣਨਾ ਪਊਗਾ। ਕੁਰਦ ਹੈ ਕੌਣ? ਕੁਰਦ ਇੱਕ ਮਾਰਸ਼ਲ ਕੌਮ ਆ। ਹਾਂ, ਜਿੱਦਾਂ ਸਿੱਖਾਂ ਦੀ ਇੱਕ ਹੋਣੀ ਹੈ, ਇਹਨਾਂ ਦੀ ਵੀ ਇੱਕ ਹੋਣੀ ਆ। ਹੋਣੀ ਇਹ ਆ ਕਿ ਇਹ ਜਿਹੜੇ ਕੁਰਦ ਲੋਕ ਆ, ਇਹ ਹਿਸਾਬ ਲਾ ਲਓ ਕਿ ਹੈ ਤੇ ਵੈਸੇ ਮੈਸੋਪੋਟਾਮੀਅਮ ਜਿਹੜੀ ਸੱਭਿਅਤਾ ਉਹਦੇ ਸਮਕਾਲੀ ਆ, ਪਰ ਦੱਸਦੇ ਆ ਕਿ 6ਵੀਂ 7ਵੀਂ ਸਦੀ ਦੇ ਵਿੱਚ ਇਹ ਇਸਲਾਮ 'ਚ ਕਨਵਰਟ ਹੋਏ। ਉਹਦੇ ਠੋਸ ਸਬੂਤ ਆ। ਤਾਂ ਉਸ ਤੋਂ ਬਾਅਦ ਇਹ ਬਹੁਤੇ ਸੁੰਨੀ ਹੈ। ਤਾਂ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਇੱਕ ਕਿਸਮਤ ਕਹਿ ਲਓ ਜਾਂ ਮੁਕੱਦਰ ਕਹਿ ਲਓ, ਉਹ ਹਮੇਸ਼ਾ ਇਹਨਾਂ ਦੇ ਨਾਲ ਦਗਾ ਹੀ ਕਰਦਾ ਰਿਹਾ। ਤਾਂ 19ਵੀਂ ਸਦੀ ਦੇ ਅੰਤ ਦੇ ਵਿੱਚ ਜਦੋਂ ਰਾਸ਼ਟਰਵਾਦ ਉਪਜਿਆ ਤਾਂ ਉਸ ਤੋਂ ਬਾਅਦ ਇਹਨਾਂ ਦੇ ਲੋਕ ਜਿਹੜੇ ਆਪਣੇ ਖਾਸ ਵਿਦਵਾਨ ਸੀਗੇ, ਬੁੱਧੀਜੀਵ ਸੀਗੇ, ਉਹਨਾਂ ਨੇ ਵੀ ਵਿਚਾਰ ਬਣਾਇਆ, ਸੰਕਲਪ ਲਿਆ ਕਿ ਕਿਉਂ ਨਾ ਸਾਡੇ ਲਈ ਵੀ ਇੱਕ ਅਲੱਗ ਹੋਮਲੈਂਡ ਹੋਵੇ। ਤਾਂ ਉਸ ਤੋਂ ਬਾਅਦ ਫਿਰ ਫਸਟ ਵਰਲਡ ਵਾਰ ਦੇ ਵਿੱਚ ਇਹ ਜੋ ਆਟੋਨੋਮ ਸੀਗਾ, ਤੁਹਾਨੂੰ ਪਤਾ ਸਾਮਰਾਜ ਸੀਗਾ ਇੱਕ ਬਹੁਤ ਵੱਡਾ, ਉਹਦੇ ਖਿਲਾਫ ਲੜੇ ਵੀ। ਤਾਂ ਸੰਧੀ ਹੋਈ ਪਹਿਲੀ ਕਿ ਤੁਹਾਨੂੰ ਹੋਮਲੈਂਡ ਦੇ ਦੇਣਗੇ, ਪਰ ਬਾਅਦ ਦੇ ਵਿੱਚ ਦੂਸਰੀ ਸੰਧੀ 'ਚ ਮੁੱਕਰ ਗਏ ਤੇ ਉਹ ਦੂਸਰੀ ਸੰਧੀ ਦੇ ਵਿੱਚ ਤੁਰਕੀ ਹੋਂਦ 'ਚ ਆ ਗਿਆ ਔਰ ਉਸ ਤੋਂ ਬਾਅਦ 3-4 ਬਾਉਂਡਰੀਜ਼ ਹੋਰ ਹੋਂਦ 'ਚ ਆ ਗਈਆਂ। ਇਹ ਵੰਡੇ ਗਏ, ਕੁਛ ਤੁਰਕੀ 'ਚ ਚਲੇ ਗਏ, ਕੁਛ ਇਰਾਕ 'ਚ, ਕੁਛ ਸੀਰੀਆ 'ਚ, ਕੁਛ ਈਰਾਨ 'ਚ। ਈਰਾਨ 'ਚ ਥੋੜੇ ਜਿਹਾ, ਤੁਰਕੀ 'ਚ ਇਹਨਾਂ ਦੀ ਆਬਾਦੀ ਆ ਜਿਹੜੀ ਉਹ 15-20% ਆ, ਜਿੱਥੇ ਸਾਰਾ ਪੰਗਾ ਪੈਂਦਾ। ਹੁਣ ਜਿੱਥੇ ਵੰਡੇ ਗਏ 4 ਹਿੱਸਿਆਂ 'ਚ 5 ਹਿੱਸਿਆਂ 'ਚ ਵੰਡੇ ਗਏ ਤਾਂ ਹੋਇਆ ਕਿ ਇਹਨਾਂ ਦਾ ਸ਼ੋਸ਼ਣ ਸ਼ੁਰੂ ਹੋ ਗਿਆ। ਤੁਰਕੀ ਦੇ ਵਿੱਚ ਅੱਜ ਦੇ ਹਾਲਾਤ ਇਹ ਆ ਕਿ ਆਪਣਾ ਟ੍ਰੈਡੀਸ਼ਨਲ ਬਾਣਾ ਵੀ ਨਹੀਂ ਪਹਿਨ ਸਕਦੇ, ਇਹ ਆਪਣੀ ਬੋਲੀ ਵੀ ਨਹੀਂ ਬੋਲ ਸਕਦੇ, ਇੱਥੋਂ ਤੱਕ ਕਿ ਖੁਦ ਨੂੰ ਕੁਰਦ ਵੀ ਨਹੀਂ ਕਹਿ ਸਕਦੇ। ਤਾਂ ਹੁਣ ਸਮੱਸਿਆ ਇਹ ਸੀਗੀ ਕਿ ਇਹਨਾਂ ਦੇ ਗੁਆਂਢ ਦੇ ਵਿੱਚ ਸੀਰੀਆ ਦੇ ਵਿੱਚ ਇਹ ਲੜ ਰਹੇ ਸੀ, ਜੂਝ ਰਹੇ ਸੀਗੇ। ਅਮਰੀਕਾ ਦਾ ਸਾਥ ਦਿੱਤਾ ਇਹਨਾਂ ਨੇ, ਡਟ ਕੇ ਸਾਥ ਦਿੱਤਾ। ਇਰਾਕ ਦੇ ਵਿੱਚ ਵੀ ਡਟ ਕੇ ਸਾਥ ਦਿੱਤਾ। ਪਰ ਅੰਕਲ ਟਰੰਪ ਨੇ ਭੰਬਲ ਭੂਸਾ ਖੜਾ ਕਰ ਦਿੱਤਾ, ਕਹਿੰਦੇ ਜੀ ਇਹਨਾਂ ਨੇ ਸਾਡਾ ਕੋਈ ਸਾਥ ਹੀ ਨਹੀਂ ਦਿੱਤਾ। ਤਾਂ ਜਿਵੇਂ ਹੀ ਇਹਨਾਂ ਦੀਆਂ ਫੌਜਾਂ ਹਟੀਆਂ, ਉਹ ਤੁਹਾਨੂੰ ਪਤਾ ਤੁਰਕੀ ਵਾਲੇ ਨਾਲ ਇਹਨਾਂ ਦਾ ਥੋੜਾ ਜਿਹਾ ਹੈਗਾ, ਤਾਂ ਤਿਵੇਂ ਨਾਲ ਦੀ ਨਾਲ ਹਮਲਾ ਹੋ ਗਿਆ। ਤਾਂ ਇਹ ਇੱਕ ਮਾਰਸ਼ਲ ਕੌਮ ਜਿਹੜੀ ਆ ਜੂਝਦੀ ਪਈ ਹੈ ਇਸ ਵੇਲੇ, ਨਾ ਕਰਦੇ ਆ ਨਾ ਘਾਟਦੇ ਆ ਆਪਣੇ ਹੋਮਲੈਂਡ ਵਾਸਤੇ, ਪਰ ਜਿੰਨੀ ਸ਼ਿੱਦਤ ਦੇ ਨਾਲ ਜੂਝਦੇ ਪਏ ਆ, ਇਹਨਾਂ ਦੇ ਜੁਝਾਰੂਪਨ ਨੂੰ ਸਲਾਮ ਆ। ਤੁਸੀਂ ਉਹ ਤਸਵੀਰ ਵੇਖੀ ਹੋਣੀ ਆ ਬੀਤੇ ਦਿਨੀ ਜਿਹੜੀ ਵਾਇਰਲ ਹੋਈ ਆ ਕਿ 2 ਔਰਤਾਂ ਹੱਸ ਰਹੀਆਂ ਨੇ ਫੌਜੀ ਮਿਲਟਰੀ ਵਰਦੀ 'ਚ, ਅਸਲ ਦੇ ਵਿੱਚ ਉਹ ਗੁਰੀਲਾ ਲੜਾਕੇ ਆ। ਤਾਂ ਉਹ ਲੜਾਈ ਵਾਲੇ ਚਾਹੇ ਉਹ ਮਰਦ ਨੇ ਚਾਹੇ ਜਨਾਨਾ ਫੌਜੀ ਨੇ, ਇਹਨਾਂ ਦੇ ਮਿਲਟਰੀ ਨੇ, ਮਿਲਸ਼ੀਆ ਵੀ ਕਹਿ ਦਿੰਦੇ ਆ, ਤਾਂ ਉਹ ਉੱਥੇ ਡਟੇ ਹੋਏ ਆ। ਲੱਤਾਂ ਵੱਢੀਆਂ ਗਈਆਂ, ਬਾਹਾਂ ਵੱਢੀਆਂ ਗਈਆਂ, ਪਰ ਜੂਝ ਰਿਹਾ। ਕਿਉਂਕਿ ਅੱਜ ਵੀ 4 ਦੇਸ਼ਾਂ 'ਚ ਵੰਡੇ ਗਏ ਆ, 5 ਦੇਸ਼ਾਂ 'ਚ ਵੰਡੇ ਗਏ, ਪਰ ਬਾਵਜੂਦ ਇਸ ਦੇ ਇਹ ਆਪਣੇ ਆਪ ਨੂੰ ਯੂਨਾਈਟ ਸਮਝਦੇ ਆ ਔਰ ਜਦੋਜਹਿਦ ਕਰਦੇ ਆ ਕਿ ਸਾਡਾ ਇੱਕ ਸਾਂਝਾ ਹੋਮਲੈਂਡ ਹੋਣਾ ਚਾਹੀਦਾ। ਤਾਂ ਇੱਥੋਂ ਹੀ ਤੁਰਕੀ ਆ ਜਿਹੜਾ ਉਹ ਸਮੱਸਿਆ ਖੜੀ ਕਰਦਾ ਜਾਂ ਇਹਨਾਂ ਨੂੰ ਸਮੱਸਿਆ ਸਮਝਦਾ, ਤਾਂ ਹੀ ਇਹ ਹਮਲਿਆਂ ਦਾ ਖੰਡਨ ਕੀਤਾ ਭਾਰਤ ਨੇ, ਸਮਰਥਨ ਕੀਤਾ ਪਾਕਿਸਤਾਨ ਨੇ, ਭੰਬਲ ਭੂਸਾ ਖੜਾ ਕੀਤਾ ਅਮਰੀਕਾ ਨੇ, ਸਭ ਨੂੰ ਪਤਾ। ਪਰ ਪ੍ਰਤੇਕ ਅਸਲੀ ਇਹੀ ਹੈ ਕਿ ਇਹ ਜਿਹੜੀ ਕੌਮ ਆ, ਵੈਸੇ ਤੇ ਜੇ ਤੁਸੀਂ ਇਹਨਾਂ ਦਾ ਪਿਛੋਕੜ ਵੇਖੋਗੇ, ਜਿੱਦਾਂ ਆਪਾਂ ਅੱਜ ਦੀ ਨਹੀਂ ਕਹਿ ਦਿੰਦੇ ਭੇਡਾਂ ਚਾਰਨ ਵਾਲੇ, ਇੱਥੋਂ ਨਿਕਲੀ ਹੈ ਇਹ। ਪਰ ਜਿਸ ਤਰ੍ਹਾਂ ਦੀ ਮਾਰਸ਼ਲ ਕੌਮ ਅੱਜ ਜੂਝਦੀ ਪਈ ਆ, ਸਭ ਨੂੰ ਸੱਤੇ 'ਚ ਕਰ ਪਾ ਦਿੰਦੀ ਆ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਅਮਰੀਕਾ ਦੇ ਨਾਲ ਇਹਨਾਂ ਨੇ ਇੱਕ ਦੋਸਤੀ ਕੀਤੀ, ਇਹਨਾਂ ਦੇ ਜਿਹੜੇ ਆਗੂ ਸੀਗੇ,
ਮੇਰੇ ਖਿਆਲ ਦੇ ਨਾਲ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹੋਣੇ ਆ। ਰਾਹਤ ਇੰਦੌਰੀ ਦਾ ਸ਼ੇਰ ਬੜਾ ਢੁਕਵਾਂ ਸੀਗਾ, ਉਹਨੇ ਆਖਿਆ ਸੀਗਾ ਦੋਸਤੀ ਜਬ ਕਿਸੇ ਸੇ ਕੀ ਜਾਏ ਦੁਸ਼ਮਣੋਂ ਕੀ ਵੀ ਰਾਏ ਲਈ ਜਾਏ। ਤਾਂ ਦੋਸਤੀ ਜਿਹੜੀ ਸੀਗੀ ਇਹਨਾਂ ਦੀ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਘਾਟਾ ਪਾ ਗਈ, ਇਹਨਾਂ ਨੂੰ ਮਹਿੰਗੀ ਪੈ ਗਈ ਆ ਜੀ। ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦਾ ਦੋਸ਼, ਕਹਿੰਦਾ ਮਾਂ ਦੀ ਮੌਤ ਲਈ ਪੀਸੀ ਚਾਕੋ ਜ਼ਿੰਮੇਵਾਰ। किसी ने आख्या दिल के फफोले जल उठे, दिल के सीने के दाग से कि घर को आग लगी है घर के चिराग से। ਇਹਨਾਂ ਦਾ ਹਾਲ ਇਹੋ ਹੀ ਆ ਕਿ ਘਰ ਦੇ ਚਿਰਾਗ ਦੇ ਨਾਲ ਹੀ ਘਰ ਜਿਹੜਾ ਉਹ ਸੜਨ ਡਿਆ ਵਾ। ਹੁਣ ਸ਼ੀਲਾ ਦੀਕਸ਼ਿਤ ਜੀ ਤੁਹਾਨੂੰ ਪਤਾ ਹੀ ਆ ਕਰ ਗਏ, ਉਹਨਾਂ ਦਾ ਇੰਤਕਾਲ ਹੋ ਗਿਆ। ਉਹਨਾਂ ਦੇ ਬੇਟੇ ਆ ਸੰਸਦ ਮੈਂਬਰ ਆ ਸਾਬਕਾ ਸੰਦੀਪ ਦੀਕਸ਼ਿਤ, ਉਹਨਾਂ ਨੇ ਪੀਸੀ ਚਾਕੋ ਨੂੰ ਕਿਹਾ ਕਿ ਦੇਖੋ ਤੁਸੀਂ ਸਾਡੀ ਮਾਂ ਦੇ ਮੌਤ ਦੇ ਜ਼ਿੰਮੇਵਾਰ ਹੋ, ਤੇ ਕਾਨੂੰਨੀ ਨੋਟਿਸ ਵੀ ਘੱਲ ਦਿੱਤਾ। ਮੇਨ ਗੱਲ ਇਹ ਆ ਕਿ ਕਾਨੂੰਨੀ ਨੋਟਿਸ ਵੀ ਘੱਲ ਦਿੱਤਾ ਜਿਹਦੇ ਵਿੱਚ ਕਿਹਾ ਕਿ ਜਾਂ ਤੇ ਆਪਣੀ ਗਲਤੀ ਮੰਨ ਲਓ ਜਾਂ ਫਿਰ ਕਾਨੂੰਨੀ ਕਾਰਵਾਈ ਵਾਸਤੇ ਤਿਆਰ ਹੋ। ਉਹ ਕਹਿੰਦੇ ਆ ਕਿ ਸਾਡੀ ਮਾਂ ਨੂੰ ਮਾਨਸਿਕ ਤੌਰ ਤੇ ਇਸ ਬੰਦੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ, ਜਿਸ ਦੇ ਸਿੱਟੇ ਵਜੋਂ ਉਹਨਾਂ ਦੀ ਮੌਤ ਹੋਈ। ਤਾਂ ਜ਼ਿੰਮੇਵਾਰ ਇਹ ਆ। ਤਾਂ ਇੱਕ ਇੱਥੇ ਹੁਣ ਇੱਕ ਖੱਤ ਦਾ ਵੀ ਜ਼ਿਕਰ ਹੋਣ ਡਿਆ ਕਿ ਇੱਕ ਖੱਤ ਲਿਖਿਆ ਗਿਆ ਸੀਗਾ ਪ੍ਰਧਾਨ ਸੋਨੀਆ ਗਾਂਧੀ ਨੂੰ ਉਸ ਸਮੇਂ। ਤਾਂ ਉਸ ਚਿੱਠੀ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਸੀਗਾ ਕਿ ਸ਼ੀਲਾ ਦੀਕਸ਼ਿਤ ਨੇ ਆਖਿਆ ਸੀਗਾ ਕਿ ਪਾਰਟੀ ਦੇ ਅੰਦਰ ਜੋ ਧੜੇਬੰਦੀ ਚੱਲਦੀ ਪਈ ਆ ਉਹਦੇ ਵਿੱਚ ਇੱਕ ਬੰਦਾ ਖਾਸ ਬੰਦਿਆਂ ਦੇ ਇਸ਼ਾਰੇ ਤੇ ਇਸ ਪਾਰਟੀ ਦਾ ਨੁਕਸਾਨ ਕਰ ਰਿਹਾ। ਸੋ ਸ਼ੀਲਾ ਦੀਕਸ਼ਿਤ ਦੇ ਬੇਟੇ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਭਾਈ ਜਾਂ ਤੇ ਤੁਸੀਂ ਮਾਫੀ ਮੰਗ ਲਓ ਤੇ ਜਾਂ ਕਾਨੂੰਨੀ ਕਾਰਵਾਈ ਵਾਸਤੇ ਤਿਆਰ ਰਹੋ। ਤਾਂ ਇਹ ਤੁਸੀਂ ਦੇਖ ਲਓ ਕਿ ਕਾਂਗਰਸ ਦੇ ਨਾਲ ਹੋ ਕੀ ਰਿਹਾ, ਵਾਪਰ ਕੀ ਰਿਹਾ। ਮੈਂ ਜਿਵੇਂ ਤੁਹਾਨੂੰ ਕੱਲ ਤੁਲਨਾਤਮਕ ਤੌਰ ਤੇ ਇਹਨਾਂ ਦੀ ਸਥਿਤੀ ਦੱਸੀ ਸੀਗੀ ਕਿ ਰੋਮਨ ਸਾਮਰਾਜ ਜਿਵੇਂ ਮਿੱਟੀ ਹੋ ਗਿਆ ਸੀਗਾ ਪਲਾਂ ਦੇ ਵਿੱਚ 550 ਸਾਲ ਤੋਂ ਬਾਅਦ, ਇਹਨਾਂ ਦੀ ਪਾਰਟੀ ਜਿਹੜੀ 134 ਸਾਲ ਤੋਂ ਬਾਅਦ ਬਿਲਕੁਲ ਡਿੱਗ ਗਈ ਹੈ, ਢਹਿੰਦੀ ਕਲਾ ਵਿੱਚ ਪਹੁੰਚ ਗਈ ਆ। ਹਾਲਾਤ ਇਹ ਆ ਕਿ ਹਰਿਆਣੇ ਦੇ ਵਿੱਚ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੀ ਹੈ, ਕੌਮੀ ਪੱਧਰ ਤੇ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ। ਸੋ ਇਹਦੇ ਬੇਟੇ ਨੇ ਜਿਹੜੀ ਗੱਲ ਕਹੀ ਆ ਤਾਂ ਮੇਰੇ ਖਿਆਲ ਦੇ ਨਾਲ ਕਾਂਗਰਸ ਲਈ ਇੱਕ ਹੋਰ ਵਕਤ ਪੈ ਗਿਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਿਆਨਬਾਜ਼ੀਆਂ ਦੇ ਨਾਲ ਮਾਹੌਲ ਗੰਦਲਾ ਨਾ ਕੀਤਾ ਜਾਵੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਆਨ। ਨਾ ਦਰਦਬੰਦਾਂ ਦੀ ਆਈ ਸੁਣ ਕੇ ਖੁਦਾਬੰਦ ਵੀ ਡਰਿਆ। ਸੋ ਹਾਲ ਇਹੋ ਜਿਹਾ ਹੋਇਆ ਪਿਆ। ਤਾਂ ਇਹ ਜਥੇਦਾਰ ਜਿਹੜੇ ਆ ਗਿਆਨੀ ਹਰਪ੍ਰੀਤ ਸਿੰਘ ਜੀ ਕੁਛ ਗੱਲਾਂ ਤੋਂ ਥੋੜੇ ਜਿਹੇ ਵੱਖ ਨਜ਼ਰ ਆਉਂਦੇ ਆ। ਜਿੱਦਾਂ RSS ਦੀ ਆਲੋਚਨਾ ਇਹਨਾਂ ਨੇ ਕੀਤੀ ਆ ਠੋਕ ਕੇ। ਹਾਲਾਂਕਿ ਅਕਾਲੀ ਦਲ ਦੇ ਬੁਲਾਰੇ ਹੁਣ ਬੋਲਣ ਲੱਗੇ ਆ, ਇਹਨਾਂ ਨੇ ਪਹਿਲਾਂ ਬਿਆਨ ਦੇ ਦਿੱਤਾ। ਪਤਾ ਨਹੀਂ ਉਹ ਬਿਆਨ ਇਹਨਾਂ ਨੇ ਆਪ ਦਿੱਤਾ ਜਾਂ ਦਵਾਇਆ ਗਿਆ, ਜੋ ਮਰਜ਼ੀ ਆ, ਪਰ ਉਸ ਬਿਆਨ ਦਾ ਸਮਰਥਨ ਬਹੁਤ ਵੱਡਾ ਹੋ ਰਿਹਾ ਕਿਉਂਕਿ ਵੱਡੇ ਤੋਂ ਵੱਡਾ ਚਿਹਰਾ ਵੀ ਹੈ ਜਿਹੜਾ ਉਹ RSS ਦੇ ਵਿਰੋਧ ਦੇ ਵਿੱਚ ਨਿਕਲਣਾ ਜਿਹੜਾ ਉਹ ਸੁਭਾਵਿਕ ਨਹੀਂ ਸਮਝਦਾ। ਇਹਨਾਂ ਨੇ ਜਿਸ ਤਰੀਕੇ ਦਾ ਬਿਆਨ ਦਿੱਤਾ ਸਾਰੇ ਇਹਨਾਂ ਦੀ ਸਿਫਤ ਕਰਦੇ ਪਏ, ਸਮਰਥਨ ਕਰਦੇ ਪਏ। ਹਾਲਾਂਕਿ 2 ਦਿਨ ਹੀ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਸਾਡੇ ਸਿੱਖ ਪ੍ਰਚਾਰਕਾਂ ਨੂੰ RSS ਦੇ ਪ੍ਰਚਾਰਕਾਂ ਤੋਂ ਸਿੱਖਣਾ ਚਾਹੀਦਾ, ਤੇ 2 ਦਿਨਾਂ ਬਾਅਦ ਹੀ ਇਹ ਕਹਿੰਦੇ ਆ ਕਿ ਨਹੀਂ ਜੀ RSS ਜਿਹੜੀ ਆ ਉਹ ਬਹੁਤ ਗਲਤ ਆ, ਇਹਨੂੰ ਪਾਬੰਦ ਕਰਨਾ ਚਾਹੀਦਾ। ਖੈਰ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ ਜਿਹਦਾ ਆਪਾਂ ਜ਼ਿਕਰ ਕੱਲ ਵੀ ਕੀਤਾ ਸੀਗਾ। ਮੈਂ ਕਿਹਾ ਸੀਗਾ ਕਿ ਮੇਰਾ ਥਾਊਟ ਹੈ, ਮੇਰਾ ਓਪੀਨੀਅਨ ਹੈ ਕਿ ਜਥੇਦਾਰ ਸਾਹਿਬ ਨੂੰ ਅਪੀਲ ਕਰਨੀ ਚਾਹੀਦੀ ਹੈ ਜਾਂ ਹੁਕਮ ਦੇਣਾ ਚਾਹੀਦਾ ਕਿ ਤੁਸੀਂ ਭਾਈ ਬਿਆਨਬਾਜ਼ੀ, ਇਲਜ਼ਾਮ ਤਰਾਸ਼ੀ ਹੈ ਜਿਹੜੀ ਬੰਦ ਕਰੋ। ਤਾਂ ਉਹਨਾਂ ਨੇ ਅੱਜ ਇਹ ਅਪੀਲ ਕਰ ਦਿੱਤੀ ਆ ਕਿ ਭਾਈ ਤੁਸੀਂ ਉਸਾਰੂ ਸੋਚ ਅਪਣਾਓ, ਇੱਕ ਦੂਜੇ ਤੇ ਜਿਹੜੀ ਤੁਸੀਂ ਚਿੱਟਾਕਸ਼ੀ ਕਰਦੇ ਪਏ ਹੋ, ਇਲਜ਼ਾਮ ਤਰਾਸ਼ੀ ਕਰਦੇ ਪਏ ਹੋ, ਇਹਨੂੰ ਕਿਰਪਾ ਕਰਕੇ ਵਿਰਾਮ ਦੇ ਦਿਓ। ਤਾਂ ਮੇਰੇ ਖਿਆਲ ਦੇ ਨਾਲ ਜੋ ਸਿੰਘ ਸਾਹਿਬ ਨੇ ਗੱਲ ਕਹੀ ਹੈ ਕਿ ਬਿਲੋੜੀ ਆਪਸੀ ਰੰਜਿਸ਼ ਛੱਡ ਕੇ ਇਲਜ਼ਾਮ ਤਰਾਸ਼ੀ ਬੰਦ ਕਰ ਦਿੱਤੀ ਜਾਵੇ, ਸੁਖਾਵਾਂ ਮਾਹੌਲ ਬਣਾਇਆ ਜਾਵੇ, ਬਿਹਤਰ ਆ। ਕਿਉਂਕਿ ਦੇਖੋ ਇਹਨਾਂ ਨੇ ਟਿਕਣਾ ਤੇ ਹੈ ਨੀ ਗਾ। ਅੱਜ ਹੁਣ ਚਰਨਜੀਤ ਚੰਨੀ ਦਾ ਬਿਆਨ ਆਉਣ ਡਿਆ ਸੀਗਾ, ਕਹਿੰਦਾ ਕਿ ਸਾਰੀ ਖੀਰ ਦੇ ਵਿੱਚ ਖੇ ਪਾਈ ਹੈ ਸੁਖਬੀਰ ਸਿੰਘ ਬਾਦਲ ਨੇ, ਤੇ ਸੁਖਬੀਰ ਸਿੰਘ ਬਾਦਲ ਤੇ ਅਕਾਲ ਤਖਤ ਤੋਂ ਵੀ ਹੁਕਮ ਕਰਾ ਸਕਦਾ ਕਿ ਸਰਕਾਰ ਦੀ ਸਟੇਜ ਲੱਗੇ ਹੀ ਨਾ। ਦੇਖੋ ਇਹੋ ਜਿਹੀਆਂ ਗੱਲਾਂ ਵੀ ਆ ਰਹੀਆਂ ਨੇ। ਤਾਂ ਕਹਿਣ ਦਾ ਮਤਲਬ ਹੈ ਕਿ ਮੇਰੇ ਖਿਆਲ ਦੇ ਨਾਲ ਹੁਣ ਜਿੱਦਾਂ ਕਿ ਮਹੀਨੇ ਤੋਂ ਵੀ ਘੱਟ ਵਕਫਾ ਰਹਿ ਗਿਆ। ਵੈਸੇ ਤੇ ਪਾਕਿਸਤਾਨ ਮੁਕਰ ਗਿਆ ਸੀਗਾ 9 ਨਵੰਬਰ ਤੱਕ ਕਹਿ ਕੇ ਕਿ ਹਾਲੇ ਅਸੀਂ ਤਰੀਕ ਮੁਕਰਰ ਨਹੀਂ ਕੀਤੀ, ਪਰ ਜੇ ਆਪਾਂ ਲਾਈਏ ਓਵਰਆਲ ਕਿ ਮਹੀਨਾ ਵੀ ਨਹੀਂ ਬਚਿਆ ਹੁਣ ਇਸ ਮੁਕੱਦਸ ਘੜੀ ਨੂੰ ਆਉਣ ਦੇ ਵਿੱਚ, ਤਾਂ ਇਹਨਾਂ ਨੂੰ ਇਲਜ਼ਾਮ ਤਰਾਸ਼ੀ ਬੰਦ ਕਰਨੀ ਚਾਹੀਦੀ। ਬਹੁਤ ਘਟੀਆ ਇਲਜ਼ਾਮ ਤਰਾਸ਼ੀ ਹੋ ਰਹੀ ਹੈ, ਇੱਕ ਦੂਜੇ ਨੂੰ ਚੋਰ ਕਿਹਾ ਜਾ ਰਿਹਾ, ਗੋਲਕ ਦਾ ਲੁਟੇਰਾ ਕਿਹਾ ਜਾ ਰਿਹਾ, ਬਹੁਤ ਕੁਝ ਕਿਹਾ ਜਾ ਰਿਹਾ। ਉਹ ਸਾਰਾ ਕੁਝ ਲੋਕਾਂ ਨੂੰ ਪਤਾ ਵਾ,
ਪਰ ਮੇਰੇ ਖਿਆਲ ਦੇ ਨਾਲ ਜਲੂਸ ਕੱਢਣ ਦੀ ਥਾਂ ਤੇ ਅਕਾਲ ਤਖਤ ਦੀ ਮੰਨ ਕੇ ਇਹਨਾਂ ਨੂੰ ਇੱਕ ਮੱਤ ਹੋ ਕੇ, ਇੱਕ ਸੁਰ ਹੋ ਕੇ ਇਹ ਸਮਾਗਮ ਜਿਹੜਾ ਨੇਪਰੇ ਚੜਾ ਲੈਣਾ ਚਾਹੀਦਾ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਰੇਤ ਮਾਫੀਆ ਦੇ ਗੁੰਡਿਆਂ ਦੇ ਵੱਲੋਂ ਅਜਨਾਲੇ ਦੇ ਲਾਗੇ ਕਿਸਾਨ ਦੇ ਘਰ ਤੇ ਹਮਲਾ। ਦੇਖੋ ਜੀ, ਮੈਂ ਭੁੱਲਦਾ ਨਹੀਂ ਤੇ ਅਜਨਾਲੇ ਦੇ ਵਿੱਚ ਹੀ ਇੱਕ ਘਟਨਾ ਘਟੀ ਸੀ ਕੁਝ ਕੁ ਮਹੀਨੇ ਪਹਿਲਾਂ, 3 ਜਾਂ 4 ਮਹੀਨੇ ਪਹਿਲਾਂ। ਉੱਥੇ 2 ਮਜ਼ਦੂਰ ਉਸ ਵੇਲੇ ਰੇਤ ਦੇ ਟਿੱਲੇ ਦੇ ਵਿੱਚ ਦੱਬ ਗਏ ਸੀਗੇ ਜਦੋਂ ਉਹ ਨਜਾਇਜ਼ ਖੁਦਾਈ ਵਾਸਤੇ ਉੱਥੇ ਖੜੇ ਗਏ ਸਨ। ਮਤਲਬ ਹੁਣ ਦੇਖੋ, ਜਿਹੜਾ ਹੈ ਹੀ ਦਿਹਾੜੀਦਾਰ ਹੈ, ਮੇਰੇ ਵਰਗੇ ਬੰਦੇ ਨੇ ਜਿਹਨੇ ਦਿਹਾੜੀ ਲਾਉਣੀ ਆ, ਇੱਥੇ ਕੀ ਉੱਥੇ ਕੀ, ਕਿਸੇ ਨੇ ਆਖਿਆ 50 ਰੁਪਏ ਤੈਨੂੰ ਵੱਧ ਦੇ ਦਿਆਂਗੇ, ਉਧਰ ਨੂੰ ਪੁੱਤ ਲਿਆ ਤੇ ਉਹ 2 ਮੁੰਡੇ ਮਰ ਗਏ ਸਨ। ਇਹ ਅਜਨਾਲੇ ਦੀ ਘਟਨਾ ਮੈਨੂੰ ਲੱਗਦਾ ਕੁਝ ਮਹੀਨੇ ਬੀਤੇ, ਜੇ ਮੈਂ ਗਲਤ ਨਹੀਂ ਆਂਦਾ। ਹੁਣ ਤੁਸੀਂ ਦੇਖੋ ਕਿ ਉਸੇ ਅਜਨਾਲੇ ਦੇ ਵਿੱਚੋਂ ਇਹ ਖਬਰ ਆ ਜਾ ਰਹੀ ਹੈ ਕਿ ਉੱਥੇ ਉਹਨਾਂ ਲੋਕਾਂ ਤੇ ਹਮਲਾ ਕੀਤਾ ਗਿਆ ਵਾ ਜਿਨ੍ਹਾਂ ਲੋਕਾਂ ਨੇ ਇਸ ਗੈਰ ਕਾਨੂੰਨੀ ਨਿਕਾਸੀ ਦੀ ਸ਼ਿਕਾਇਤ ਕੀਤੀ ਆ। ਤੇ ਖਬਰ ਤੇ ਇਹ ਵੀ ਆ ਰਹੀ ਹੈ, ਹਾਲਾਂਕਿ ਸਭ ਤੋਂ ਪਹਿਲਾਂ ਖਬਰ ਇਹ ਆ ਰਹੀ ਹੈ ਮੀਡੀਆ ਦੇ ਵਿੱਚ, ਵੀਡੀਓ ਵੀ ਵਾਇਰਲ ਹੋ ਰਹੀਆਂ ਜਿਹਦੇ ਵਿੱਚ ਜਨਾਨੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ, ਯਾਨੀ ਜਿਹੜੇ ਮਾਫੀਆ ਦੇ ਲੋਕ ਆ ਜਨਾਨੀਆਂ ਨੂੰ ਵੀ ਜ਼ਖਮੀ ਕਰ ਗਏ ਆ। ਤਾਂ ਹੁਣ ਖਬਰ ਇਹ ਆ ਰਹੀ ਆ ਕਿ ਜਿਨ੍ਹਾਂ ਨੇ ਇਹਦਾ ਸਾਥ ਦਿੱਤਾ ਸੀਗਾ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ, ਤਾਂ ਅਮਰਪਾਲ ਸਿੰਘ ਬੋਨੀ ਅਜਨਾਲਾ ਜਿਹੜਾ ਸਾਬਕਾ ਵਿਧਾਇਕ ਆ, ਉਹਦੇ ਕਾਫਲੇ ਤੇ ਵੀ ਕਾਫੀ ਪਥਰਾਓ ਹੋਇਆ ਤੇ ਉਹਦੀਆਂ ਵੀ 2 ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਤਾਂ ਕਹਿਣ ਦਾ ਮਤਲਬ ਆ ਕਿ ਇੱਕ ਪਰਿਵਾਰ ਨੂੰ ਹੀ ਨਹੀਂ ਨੁਕਸਾਨ ਪਹੁੰਚਾਇਆ ਗਿਆ, ਬਲਕਿ ਇੱਕ ਸਾਬਕਾ ਵਿਧਾਇਕ ਦੇ ਕਾਫਲੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਦਾ ਮਾਫੀਆ ਰਾਜ ਚੱਲਦਾ ਪਿਆ। ਇੱਥੇ ਥੋੜਾ ਸਮਾਂ ਪਹਿਲਾਂ ਇੱਕ ਲੇਡੀ ਹੈਗੀ ਸੀਗੀ, ਇਹਨਾਂ ਦੀ ਇੰਸਪੈਕਸ਼ਨ ਕਰਦੀ ਸੀਗੀ ਰੇਤ ਵਿਭਾਗ ਵਾਲੀ, ਖਨਨ ਵਿਭਾਗ ਵਾਲੀ, ਤਾਂ ਉਹਨੂੰ ਵੀ ਉਸ ਵੇਲੇ ਪੁਲਿਸ ਬੁਲਾਉਣੀ ਪਈ ਸੀ ਜਦੋਂ ਰਾਤ ਨੂੰ ਚੈਕਿੰਗ ਕਰ ਰਹੀ ਸੀਗੀ। ਬਹੁਤ ਬੁਰੀ ਸਥਿਤੀ ਸੀਗੀ ਉਹਦੇ ਵਾਸਤੇ, ਇੱਕ ਜਨਾਨੀ ਵਾਸਤੇ ਬੁਰੀ ਸਥਿਤੀ ਕਿਹੋ ਜਿਹੀ ਹੋਊਗੀ ਤੁਸੀਂ ਸਹੀ ਅੰਦਾਜ਼ਾ ਲਾ ਸਕਦੇ ਆ। ਤਾਂ ਪਟਿਆਲੇ ਦੇ ਵਿੱਚ ਇੱਕ ਅਫਸਰ ਹੈ ਜਿਹੜਾ ਉਧੇੜ ਦਿੱਤਾ ਗਿਆ ਸੀਗਾ। ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਇਸ ਰਾਜ ਦੇ ਵਿੱਚ ਘਟੀਆਂ। ਤੇ ਕਹਿਣ ਦਾ ਭਾਵ ਇਹ ਆ ਕਿ ਮਾਫੀਆ ਕਰਕੇ ਸੱਤਾ 'ਚ ਆਏ ਸਨ, ਸਰਕਾਰ ਦੇ ਵਿੱਚ ਆਏ ਸਨ, ਤਾਂ ਅੱਜ ਦੀ ਤਾਰੀਖ ਦੇ ਵਿੱਚ ਮਾਫੀਆ ਜਿਹੜਾ ਨਾ ਘਟਿਆ ਨਾ ਖਤਮ ਹੋਇਆ, ਬਲਕਿ ਮਾਫੀਆ ਅੱਗੇ ਨਾਲੋਂ ਤਾਕਤਵਰ ਹੋਇਆ ਕਿ ਜੇ ਕੋਈ ਸ਼ਿਕਾਇਤ ਕਰਦਾ ਜਾਂ ਉਹਦੇ ਤੇ ਕਾਰਵਾਈ ਕਰਵਾਉਣ ਦਾ ਕੋਈ ਯਤਨ ਕਰਦਾ ਤਾਂ ਉਹ ਆਪਣੀ ਕਾਰਵਾਈ ਪਾ ਦਿੰਦੇ ਆ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਦਾਖਾ ਦੇ ਵਿੱਚ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਦਾ ਘੇਰਿਆ ਗਿਆ ਦਫ਼ਤਰ। ਦੇਖੋ, ਸੰਦੀਪ ਸੰਧੂ ਜਾਂ ਕੈਪਟਨ ਅਮਰਿੰਦਰ ਸਿੰਘ ਇੱਕੋ ਚੀਜ਼ ਹੀ ਆ, ਕਿਉਂਕਿ ਬਹੁਤ ਖਾਸ ਹਨ ਸੰਦੀਪ ਸੰਧੂ ਜੀ, ਉਹਨਾਂ ਦੇ ਰਾਈਟ ਹੈਂਡ ਆ। ਤਾਂ ਉਹਨਾਂ ਦੇ ਦਫ਼ਤਰ ਦੇ ਬਾਹਰ ਬੜਾ ਜ਼ਬਰਦਸਤ ਘਿਰਾਓ ਕੀਤਾ ਗਿਆ, ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਤਾਂ ਇਹ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਉਹ ਬੇਰੁਜ਼ਗਾਰ ਅਧਿਆਪਕ, ਆਂਗਨਵਾੜੀ ਵਰਕਰ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਤਾਂ ਉਹ ਮੇਰੇ ਖਿਆਲ ਦੇ ਨਾਲ ਦੇਖੋ, ਇਹ ਚੀਜ਼ ਜਿਹੜੀ ਆ ਉਹ ਸ਼ਾਇਦ ਉਹਨਾਂ ਲੋਕਾਂ ਨੂੰ ਗਲਤ ਲੱਗੂਗੀ ਜਿਹੜੇ ਸਰਕਾਰ ਦੇ ਸਮਰਥਕ ਹੈ ਜਾਂ ਇੱਕ ਪਾਰਟੀ ਜਾਂ ਵਿਚਾਰਧਾਰਾ ਦੇ ਸਮਰਥਕ ਆ, ਪਰ ਜਿਹੜੇ ਲੋਕ ਜਦੋਜਹਿਦ ਕਰਦੇ ਆ, ਜਿਹੜੇ ਲੋਕ ਸੰਘਰਸ਼ੀਲ ਆ, ਉਹਨਾਂ ਲਈ ਤਾਂ ਮੈਂ ਕਹੂੰਗਾ ਕਿ ਬਹੁਤ ਵਧੀਆ ਚੀਜ਼ ਆ। ਕਿਉਂਕਿ ਸਾਡੇ ਆਮ ਲੋਕ ਇਹਨਾਂ ਨੂੰ ਘੇਰ ਕੇ ਸਵਾਲ ਨਹੀਂ ਪੁੱਛ ਰਹੇ ਕਿ ਪੌਣੇ 3 ਸਾਲਾਂ 'ਚ ਤੁਸੀਂ ਕੀ ਸਵਾਰਿਆ, ਤੁਹਾਡਾ ਜਿਹੜਾ ਚੋਣ ਮੈਨੀਫੈਸਟੋ ਸੀ ਉਹ ਕੀ ਕਹਿੰਦਾ ਸੀਗਾ, ਅੱਜ ਦਾ ਤੁਹਾਡਾ ਰਿਪੋਰਟ ਕਾਰਡ ਕੀ ਕਹਿੰਦਾ। ਪਰ ਆਹ ਜਿਹੜੇ ਸੰਘਰਸ਼ੀਲ ਲੋਕ ਆ, ਜਿਹੜੇ ਰੁਜ਼ਗਾਰ ਮੰਗਦੇ ਜਾਂ ਆਪਣੇ ਹਕੂਕ ਮੰਗਦੇ ਆ, ਤਾਂ ਉਹ ਜ਼ਰੂਰ ਹਾਜ਼ਰੀ ਦਰਜ ਕਰਵਾ ਰਿਹਾ। ਕਹਿਣ ਦਾ ਮਤਲਬ ਕਿ ਪੰਜਾਬ ਦੀ ਧਰਤੀ ਤੇ ਜਾਗਦੇ ਲੋਕ ਹੈਗੇ ਆ, ਜਦੋਜਹਿਦ ਕਰਨ ਵਾਲੇ ਲੋਕ ਹੈਗੇ ਆ, ਤੇ ਇਹ ਹੋਣਾ ਚਾਹੀਦਾ। ਜੇ ਜ਼ਿਮਨੀ ਚੋਣਾਂ ਜਿਹੜੀਆਂ 4 ਇਕੱਠੀਆਂ ਆਈਆਂ, ਮੇਰੇ ਖਿਆਲ ਦੇ ਨਾਲ ਕੋਈ ਸੂਬਾ ਐਸਾ ਹੋਊਗਾ ਜਿਹਦੇ ਵਿੱਚ 4 ਜ਼ਿਮਨੀ ਚੋਣਾਂ ਇਕੱਠੀਆਂ ਲੜੀਆਂ ਜਾ ਰਹੀਆਂ, ਤਾਂ ਜੇ ਉੱਥੇ ਪਬਲਿਕ ਸਵਾਲ ਨਹੀਂ ਪੁੱਛ ਰਹੀ ਤਾਂ ਤੁਹਾਡੇ ਲਈ ਇੱਕ ਚਿੰਤਾ ਦਾ ਸਬਬ ਹੈ। ਪਰ ਫਿਰ ਵੀ ਕੁਝ ਜਥੇਬੰਦੀਆਂ, ਕੁਝ ਖਾਸ ਲੋਕ, ਕੁਝ ਵਿਸ਼ੇਸ਼ ਜਿਹੜੇ ਆਪਣੇ ਹਕੂਕਾਂ ਪ੍ਰਤੀ ਜਾਗਰਤ ਲੋਕ ਆ, ਉਹ ਮੰਗ ਰਹੇ ਆ। ਤਾਂ ਇਹ ਨਿਸ਼ਾਨੀ ਹੈ ਇਸ ਗੱਲ ਦੀ ਕਿ ਹਾਲੇ ਵੀ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਦੀ ਕਮੀ ਨਹੀਂ ਹੈ ਜਿਹੜੇ ਸਰਕਾਰ ਨੂੰ ਕਹਿੰਦੇ ਆ ਕਿ ਸਾਡੇ ਹੱਕ ਇੱਥੇ ਰੱਖ। ਤਾਂ ਇਹ ਇੱਕ ਵਧੀਆ ਸੰਕੇਤ ਵੀ ਆ, ਪਰ ਮਾੜਾ ਚੱਲਣ ਇਹ ਆ ਕਿ ਠੱਗੀ ਮਾਰ ਲਈ ਜਾਂਦੀ ਆ, ਲੋਕਾਂ ਦੇ ਨਾਲ ਕਿਹਾ ਜਾਂਦਾ ਕਿ ਸਾਨੂੰ ਸਰਕਾਰ ਦੇ ਵਿੱਚ ਬਿਠਾ ਦਿਓ, ਸੱਤਾ 'ਚ ਲਿਆ ਦਿਓ, ਅਸੀਂ ਐਂ ਕਰ ਦਿਆਂਗੇ, ਉਹ ਕਰ ਦਿਆਂਗੇ। ਪਰ ਜਦੋਂ ਉਹ ਜਿਵੇਂ ਕਿਸੇ ਨੇ ਆਖਿਆ ਸੀ ਨਾ, ਕੱਟੇ ਦੇ ਸਿੰਘਾਂ ਨੂੰ ਹੱਥ ਪਿਆ ਤੇ ਫਿਰ
ਇਹ ਭੁੱਲ ਗਿਆ ਕਿ ਕਿਹਨੇ ਦੇਖ ਦੇਣੀ ਆ। ਜਾਂ ਕਹਿੰਦੇ ਹੁੰਦੇ ਆ ਕਿ ਕੋਠਾ ਉਸਰਿਆ ਤੇ ਤਰਖਾਣ ਵਿਸਰਿਆ। ਕਹਿੰਦਾ ਭਾਵ ਹੈ ਕਿ ਜਦੋਂ ਕੋਠਾ ਉਸਰ ਗਿਆ, ਕੋਠਾ ਬਣ ਗਿਆ, ਫਿਰ ਤਰਖਾਣ ਵਿਸਰ ਗਿਆ, ਤੂੰ ਜਾ ਵੀ ਆਪਣੇ ਰਾਹ। ਤਾਂ ਕਹਿੰਦਾ ਭਾਵ ਇਹ ਉਹ ਕਿ ਇਹ ਲੋਕ ਜਿਹੜੇ ਲੋਕ ਸਿਆਸੀ ਤੌਰ ਤੇ ਠੱਗੀ ਮਾਰਦੇ ਆ, ਉਹਨਾਂ ਲੋਕਾਂ ਨੂੰ ਘੇਰਨ ਲਈ ਜਿਹੜੇ ਲੋਕ ਸੰਘਰਸ਼ੀਲ ਆ, ਵਾਕਿਆ ਹੀ ਕਾਬਲੇ ਤਾਰੀਫ ਆ। ਪਰ ਇੱਕ ਚੀਜ਼ ਜਿਹੜੀ ਆ ਉਦਾਸ ਕਰਦੀ ਆ, ਉਦਾਸੀਨਤਾ ਦਿੰਦੀ ਆ, ਉਹ ਇਹੋ ਆ ਕਿ ਜਿਹੜੇ ਲੋਕ ਸਾਡੇ ਆਮ ਸਿਵਿਲੀਅਨ ਲੋਕ ਆ ਜਾਂ ਵੋਟਰ ਲੋਕ ਆ, ਉਹ ਸਵਾਲ ਬਹੁਤ ਘੱਟ ਕਰ ਰਹੇ ਆ। ਜ਼ਿਮਨੀ ਚੋਣਾਂ 'ਚ ਵੀ ਅਸਲ ਮੁੱਦੇ ਆ ਜਿਹੜੇ ਉਹ ਲਾਂਭੇ ਆ। ਤੇ ਜਿਹੜੀ ਇਲਜ਼ਾਮ ਤਰਾਸ਼ੀ ਹੈ, ਕੋਈ ਕਹਿੰਦਾ ਕਿ ਤੂੰ ਚਿੱਟਾ ਵਿਕਵਾਉਣਾ, ਕੋਈ ਕਹਿੰਦਾ ਕਿ ਨਹੀਂ ਅਸੀਂ ਨਹੀਂ ਸੀ ਵੇਚਦੇ, ਹੁਣ ਤੁਹਾਡੀ, ਕੋਈ ਕਹਿੰਦਾ ਕਿ ਤੁਸੀਂ ਲੁੱਟ ਕੇ ਖਾ ਗਏ, ਕੋਈ ਕਹਿੰਦਾ ਤੁਸੀਂ ਲੁੱਟ ਕੇ ਖਾ ਗਏ। ਮਤਲਬ ਕਿ ਇਲਜ਼ਾਮ ਤਰਾਸ਼ੀ ਦਾ ਦੌਰ ਜਾਰੀ ਆ, ਪਰ ਅਸਲ ਮੁੱਦਿਆਂ ਦੀ ਰਾਜਨੀਤੀ ਹੈ ਜਿਹੜੀ ਉਹ ਨਹੀਂ ਹੋ ਰਹੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੁਲਿਸ ਤੇ ਹਮਲਾ ਕਰਨ ਵਾਲੇ ਕਿੰਨਰ ਕਸੂਤੇ ਫਸੇ। ਦੇਖੋ, ਇਹਨਾਂ ਕਿੰਨਰਾਂ ਨੇ ਗਲਤ ਕੰਮ ਕੀਤਾ। ਉਹ ਵੀਡੀਓ ਤੁਸੀਂ ਦੇਖ ਲਈ ਹੋਣੀ ਆ ਕਿ ਕਿਸ ਤਰ੍ਹਾਂ ਨਾਲੇ ਨੰਗੇ ਹੋਏ ਪਏ ਆ, ਨਾਲੇ ਦੰਗੇ ਹੋਏ ਪਏ ਆ, ਕਿ ਇੱਕ ਪਾਸੇ ਨੰਗੇ ਹੋਏ ਪਏ ਆ, ਦੂਸਰੇ ਪਾਸੇ ਹਮਲਾ ਵੀ ਕਰੀ ਜਾਂਦੇ ਆ। ਮਾਮਲਾ ਕੀ ਸੀਗਾ ਕਿ ਪਟਿਆਲੇ ਦਾ ਜਿਹੜਾ ਰਜਿੰਦਰਾ ਹਸਪਤਾਲ ਹੈ, ਉੱਥੋਂ ਥੋੜੀ ਦੂਰ ਜਾਈਏ ਤੇ ਗਾਂ ਫੁਹਾਰਾ ਚੌਂਕ ਆਉਂਦਾ, ਉੱਥੇ ਕੋਈ ਨਜਾਇਜ਼ ਕਬਜ਼ਾ ਸੀਗਾ। ਨਿਗਮ ਦੀ ਟੀਮ ਸੀਗੀ, ਉਹਦੇ ਨਾਲ ਪੁਲਿਸ ਸੀਗੀ। ਜਦੋਂ ਉਹਨਾਂ ਨੇ ਉਹ ਪਰੌਂਠਾ ਹਾਊਸ ਚੁੱਕਣਾ ਤੋਂ ਸਟਾਰਟ ਕੀਤਾ, ਜਾਨੀ ਜਿਹੜਾ ਨਜਾਇਜ਼ ਕਬਜ਼ਾ ਸੀ ਹਟਾਉਣਾ ਸ਼ੁਰੂ ਕੀਤਾ, ਤੇ ਉਹਨਾਂ ਨੇ ਕਿੰਨਰ ਬੁਲਾ ਲਏ, ਕਿਉਂਕਿ ਉਹਨਾਂ ਦਾ ਇੱਕ ਆਪਣਾ ਬੰਦਾ ਕਿੰਨਰਾਂ ਦਾ ਸਾਥੀ ਸੀਗਾ। ਤਾਂ ਜਦੋਂ ਕਿੰਨਰ ਬੁਲਾ ਲਏ, ਉਹਨਾਂ ਨੇ ਜੋ ਹੰਗਾਮਾ ਕੀਤਾ ਉਹ ਵੀਡੀਓ 'ਚ ਤੁਸੀਂ ਦੇਖ ਲਿਆ ਹੋਣਾ। ਪਰ ਉਹਦੇ ਤੋਂ ਬਾਅਦ ਹੁਣ ਜਿਹੜੀ ਕਾਰਵਾਈ ਹੋਈ ਆ ਉਹ ਇਹ ਹੋਈ ਆ ਕਿ ਕਿੰਨਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ, ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪਰ ਕਮਾਲ ਦੀ ਗੱਲ ਹੈ ਕਿ ਪੁਲਿਸ ਨੇ ਖੁਸਰਿਆਂ ਨੂੰ ਬੰਦੇ ਵੀ ਬਣਾ ਦਿੱਤਾ। ਹੁਣ ਕੁਛ ਲੋਕ ਇਹ ਸੋਚਣਗੇ ਕਿ ਕੁੱਟਿਆ ਹੋਊਗਾ, ਮਾਰਿਆ ਹੋਊਗਾ, ਨਹੀਂ। ਕਹਿਣ ਦਾ ਭਾਵ ਹੈ ਕਿ ਇਹਨਾਂ ਨੇ ਜਦੋਂ 5-7 ਜਿਹੜੇ ਹੈਗੇ ਸੀਗੇ ਮਹੰਤ, ਉਹਨਾਂ ਨੂੰ ਲਿਆ ਹਿਰਾਸਤ ਦੇ ਵਿੱਚ, ਉਸ ਤੋਂ ਬਾਅਦ ਮੈਡੀਕਲ ਕਰਵਾਇਆ ਤੇ 7 ਕਿੰਨਰਾਂ ਵਿੱਚੋਂ 4 ਕਿੰਨਰ ਜਿਹੜੇ ਸੀਗੇ ਉਹ ਨਕਲੀ ਕਿੰਨਰ ਬਣੇ ਹੋਏ ਸੀਗੇ। ਮਤਲਬ ਕਿ ਉਹ ਮਰਦ ਸੀਗੇ ਤੇ ਐਵੇਂ ਉਹਨਾਂ ਨੇ ਇੱਕ ਭੇਖ ਧਾਰਨ ਕੀਤਾ ਹੋਇਆ ਸੀਗਾ। ਸੋ ਉਹਨਾਂ ਨੂੰ ਬੰਦੇ ਬਣਾ ਦਿੱਤਾ ਗਿਆ। ਤਾਂ ਕੁਛ ਨੂੰ ਨਾਭੇ ਜੇਲ੍ਹ 'ਚ ਭੇਜ ਦਿੱਤਾ ਗਿਆ, ਕੁਛ ਨੂੰ ਪਟਿਆਲੇ ਜੇਲ੍ਹ 'ਚ ਭੇਜ ਦਿੱਤਾ ਗਿਆ। ਪਰ ਜੇ ਇਹੀ ਕੰਮ ਰਿਹਾ ਜਾਰੀ ਤਾਂ ਫਿਰ ਤਾਂ ਹਰੇਕ ਬੰਦਾ ਕੋਈ ਲੀਗਲ ਢੰਗ ਨਾਲ ਉਸਾਰੀ ਕਰਕੇ, ਕਬਜ਼ਾ ਕਰਕੇ ਤੇ ਨਾਲ ਮਹੰਤਾਂ ਨੂੰ ਕਾਲ ਦੇ ਦਿਆ ਕਰੂਗਾ ਕਿ ਤੁਸੀਂ ਇੱਧਰ ਆ ਜਾਓ, ਮੈਂ ਤੁਹਾਨੂੰ ਵਧਾਈ ਦੇ ਦਿਆ ਕਰੂੰਗਾ ਕਿ ਜਦੋਂ ਵੀ ਕੋਈ ਆਊਗੀ ਟੀਮ ਤੇ ਤੁਸੀਂ ਆ ਕੇ ਪ੍ਰਦਰਸ਼ਨ ਕਰ ਦਿਓ। ਸੋ ਜੋ ਵੀ ਹੋਇਆ ਉੱਥੇ ਗਲਤ ਹੋਇਆ। ਅਸੀਂ ਆਮ ਤੌਰ ਤੇ ਪੁਲਿਸ ਨੂੰ ਨਿਖੇਧਦੇ ਹਾਂ, ਪੁਲਿਸ ਦੀ ਨਿਖੇਧੀ ਕਰਦੇ ਹਾਂ, ਪੁਲਿਸ ਨੂੰ ਭੰਡਦੇ ਹਾਂ। ਪਰ ਉੱਥੇ ਉਹ ਜਿਹੜੇ ਪੁਲਿਸ ਮੁਲਾਜ਼ਮ ਸਨ, ਉਹ ਡਿਊਟੀ ਦਾ ਨਿਰਵਾਹ ਕਰਨ ਗਏ ਸੀਗੇ। ਤਾਂ ਨਿਗਮ ਦੀ ਟੀਮ ਦੇ ਨਾਲ ਪੁਲਿਸ ਕਰਮਚਾਰੀ ਜਾਂਦੇ ਆ। ਜਿਸ ਤਰ੍ਹਾਂ ਦਾ ਵਤੀਰਾ ਅਖਤਿਆਰ ਕੀਤਾ ਗਿਆ ਉਹਨਾਂ ਦੇ ਖਿਲਾਫ, ਉਹ ਮੇਰੇ ਖਿਆਲ ਦੇ ਨਾਲ ਗੈਰ ਸਭਿਅਕ ਹੀ ਨਹੀਂ ਬਲਕਿ ਗੈਰ ਕਾਨੂੰਨੀ ਵੀ ਆ। ਸਜ਼ਾ ਮਿਲ ਰਹੀ ਆ, ਕਾਫੀ ਤਗੜੀਆਂ ਧਾਰਾ ਲੱਗੀਆਂ, ਜਿੱਦਾਂ ਮੇਰੇ ਖਿਆਲ ਦੇ ਨਾਲ 53, 353, 186, 332, 160, 294, 427, 341, 323, 506, 148, 149 ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ 1984 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਤਾਂ ਇਹ ਦੇਖਣਾ ਪਏਗਾ ਕਿ ਜੇ ਤੁਸੀਂ ਕਿੰਨਰ ਹੋ, ਕੁਦਰਤੀ ਕੋਈ ਮਾਰ ਪਈ ਆ, ਇਹਦਾ ਮਤਲਬ ਇਹ ਨਹੀਂ ਹੈ ਕਿ ਜਿੱਥੇ ਤੁਹਾਡਾ ਜ਼ੋਰ ਚੱਲੇ ਤੁਸੀਂ ਚਲਾ ਦਿਓ। ਇਹਨਾਂ ਦਾ ਤਾਂ ਇੱਥੋਂ ਤੱਕ ਰਫੜ ਵਧਿਆ ਪਿਆ ਕਿ ਵਧਾਈ ਲੈਣ ਦੇਣ ਤੋਂ ਇੱਕ ਦੂਜੇ ਦੇ ਸਿਰ ਪਾੜ ਦਿੰਦੇ ਆ। ਇੱਥੋਂ ਤੱਕ ਕਿ ਬਹੁਤ ਮਾਮਲੇ ਆਏ ਆ, ਜ਼ਬਰਦਸਤੀ ਇਹ ਮਰਦਾਨਾ ਲੋਕਾਂ ਨੂੰ ਕਿੰਨਰ ਬਣਾਉਣ ਦਾ ਵੀ ਯਤਨ ਕਰਦੇ ਆ। ਤਾਂ ਇਸ ਆੜ ਦੇ ਵਿੱਚ ਕਿ ਅਸੀਂ ਕਿੰਨਰ ਆ ਤਾਂ ਤੁਸੀਂ ਜੁਰਮ ਕਰੋ ਜਾਂ ਤੁਸੀਂ ਕ੍ਰਾਈਮ ਕਰੋ, ਇਹ ਨਾ ਬਰਦਾਸ਼ਤਯੋਗ ਹੈ ਕਿਸੇ ਵੀ ਸਮਾਜ ਲਈ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਫਲਤਾ ਤੋਂ ਬਾਅਦ ਹੁਣ ਕਾਂਗਰਸ ਕਹਿੰਦੇ ਹਰਿਆਣੇ ਵਿੱਚ ਕਰੇਗੀ ਨਸ਼ਾ ਮੁਕਤੀ। ਹਾਂ ਬਿਲਕੁਲ, ਇਹ ਕਹਿੰਦੇ ਆ ਕਿ ਅਸੀਂ ਦੇਖੋ ਜੀ ਇੱਥੋਂ ਕੁੱਟ ਕੇ ਕੱਢ ਦਿੱਤੇ ਆ ਸਾਰੇ ਬਲੈਕੀਏ, ਤੇ ਉਹ ਨਾ ਵੜ ਗਏ ਤੇ ਹਰਿਆਣੇ ਦੇ ਵਿੱਚ ਕੋਈ ਗੱਲ ਨਹੀਂ, ਕਹਿੰਦੇ ਡੰਡਾ ਸਾਡੇ ਮੋਢੇ ਤੇ ਹੀ ਆ, ਹੁਣ ਅਸੀਂ ਹਰਿਆਣੇ ਚ ਆਵਾਂਗੇ ਤੇ ਇੱਥੋਂ ਕੁੱਟ ਕੇ ਕੱਢ ਦਿਆਂਗੇ ਆਪਾਂ ਗਾਂ ਨੂੰ। ਮਤਲਬ ਕਿ ਗਾਂ ਲਈ ਜਾਵਾਂਗੇ ਤੇ ਅਖੀਰ ਉਹਨਾਂ ਨੂੰ ਸਮੁੰਦਰ 'ਚ ਜਾ ਕੇ ਸੁੱਟ ਦਿਆਂਗੇ ਚੇਨਈ ਦੇ ਵਿੱਚ। ਕਹਿੰਦਾ ਭਾਵ ਤੇ ਇਹੋ ਹੀ ਆ। ਤਾਂ ਇਹ ਹੁਣ ਵਾਅਦਾ ਪਤਾ ਕੌਣ ਕਰ ਰਹੇ ਆ? ਉਹ ਬੰਦੇ ਜਾਂ ਉਹ ਮੰਤਰੀ ਜਿਹੜੇ ਇੱਥੇ ਨਾ ਪਬਲਿਕ ਦੇ ਮੱਥੇ ਲੱਗਣ ਡਏ ਆ, ਨਾ ਪੱਤਰਕਾਰਾਂ ਦੇ ਮੱਥੇ ਲੱਗਣ ਡਏ ਆ। ਮਾਸੂਮ ਜੇ ਆ, ਕਈ ਵਾਰ ਸ਼ੇਰ ਵੀ ਸੁੱਟ ਦਿੰਦੇ ਆ, ਸਮਝ ਗਏ ਹੋਗੇ। ਤਾਂ ਬਾਦਲਾਂ ਦੇ ਸ਼ੋਰ ਆ ਮਨਪ੍ਰੀਤ ਸਿੰਘ ਬਾਦਲ ਜੀ, ਤਾਂ ਉਹ ਕੰਪੇਨ ਕਰ ਰਹੇ ਆ।
ਉੱਥੇ ਜਾ ਕੇ ਕਾਂਗਰਸ ਦੇ ਵਿੱਚ ਇੱਕ ਨਵੀਂ ਜਾਨ ਫੂਕਦੇ ਪਏ ਆ, ਨਵਾਂ ਐਲਾਨ ਕਰਦੇ ਪਏ ਆ ਕਿ ਦੇਖੋ ਜੀ ਅਸੀਂ ਉੱਥੇ ਲੱਕ ਤੋੜ ਦਿੱਤਾ, ਤੁਸੀਂ ਇੱਥੇ ਮੌਕਾ ਦਿਓ, ਅਸੀਂ ਜਿਹੜੇ ਬਲੈਕੀ ਪੰਜਾਬ ਚੋਂ ਭੱਜ ਕੇ ਇੱਥੇ ਆ ਕੇ ਆਪਣੀ ਸਟੈਬਲਿਸ਼ਮੈਂਟ ਕਰ ਬੈਠੇ ਆ, ਅਸੀਂ ਉਹਨਾਂ ਨੂੰ ਇੱਥੋਂ ਵੀ ਧੱਸ ਦਿਆਂਗੇ, ਦਬਲ ਕੇ ਰੱਖ ਦਿਆਂਗੇ। ਤਾਂ ਇਹ ਹੁਣ ਮੇਰੇ ਖਿਆਲ ਦੇ ਨਾਲ ਹਰਿਆਣੇ ਵਾਲਿਆਂ ਨੂੰ ਸੋਚਣ ਦਾ ਕਿਤੇ ਨਾ ਕਿਤੇ ਸਬੱਬ ਬਣਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਉਹ ਝਾਤੀ ਮਾਰ ਲੈਣ ਕਿ ਬਣ ਕੀ ਰਿਹਾ। ਜਿਹੜੇ ਹਰੇਕ ਦੂਜੇ ਤੀਜੇ ਦਿਨ 5-6 ਮੁੰਡੇ ਮਰ ਜਾਂਦੇ ਇੱਥੇ, ਬੰਦਾ ਪੁੱਛੇ ਚਟਨੀ ਖਾ ਕੇ ਮਰਦੇ ਆ, ਉਹ ਚਿੱਟਾ ਪੀ ਕੇ ਜਾਂ ਚਿੱਟਾ ਲੈ ਕੇ ਮਰਦੇ ਆ। ਤਾਂ ਇਹ ਉੱਥੇ ਜਾ ਕੇ ਕਰ ਰਹੇ ਫਰੇਬ ਹੈ, ਛਾਲਿਆ ਕਪਟਾ ਕਿ ਤੁਸੀਂ ਇੱਕ ਸੂਬੇ ਦੇ ਵਿੱਚ ਇੱਕ ਚਲਾਕੀ ਕਰ ਲਈ ਆ, ਚੁਸਤੀ ਕਰ ਲਈ ਆ, ਲੋਕਾਂ ਨੂੰ ਠੱਗ ਲਿਆ, ਹੁਣ ਤੁਸੀਂ ਦੂਜੇ ਸੂਬੇ 'ਚ ਚੱਲ ਗਏ ਹੋ। ਤਾਂ ਕਹਿਣ ਦਾ ਮਤਲਬ ਇਹ ਹੋਆ ਕਿ ਸ਼ਾਇਦ ਹਰਿਆਣੇ ਦੇ ਕੁਛ ਜ਼ਿਲ੍ਹੇ ਜਿੱਦਾਂ ਸਰਸਾ ਹੈ, ਸਹਾਰਿਆ, ਡੱਬਲ ਇਲਾਕਾ ਹੈ, ਇਹ ਤੁਸੀਂ ਆਪ ਹੀ ਕਿਤੇ ਨਾ ਕਿਤੇ ਪ੍ਰਤਾੜਿਤ ਕੀਤਾ ਕਿ ਜਦੋਂ ਇੱਥੇ ਵੱਧ ਜੂਗਾ ਅਸੀਂ ਜਾ ਕੇ ਉੱਥੇ ਵੀ ਇਹ ਮੁੱਦਾ ਬਣਾ ਦਿਆਂਗੇ। ਤਾਂ ਸੋਚਣ ਦੀ ਗੱਲ ਆ, ਸਮਝਣ ਦੀ ਗੱਲ ਆ। ਮੇਰੇ ਖਿਆਲ ਦੇ ਨਾਲ ਇਹ ਬਹੁਤ ਹੀ ਗੈਰ ਇਖਲਾਕੀ ਗੱਲ ਆ ਮਨਪ੍ਰੀਤ ਸਿੰਘ ਬਾਦਲ ਵਰਗੇ ਬੰਦੇ ਲਈ ਕਿ ਇੱਥੇ ਤੇ ਤੂੰ ਪਬਲਿਕ ਡੋਮੇਨ ਦੇ ਵਿੱਚ ਬੈਠ ਨਹੀਂ ਸਕਦਾ, ਗੱਲ ਨਹੀਂ ਕਰ ਸਕਦਾ, ਤੇ ਉੱਥੇ ਜਾ ਕੇ ਤੁਸੀਂ ਇਸ ਤਰ੍ਹਾਂ ਦੇ ਨਾਰੇ ਘੜੀ ਜਾਂਦੇ ਹੋ। ਘੱਟੋ ਘੱਟ ਇੱਥੇ ਕੋਈ ਡਿਬੇਟ ਰੱਖੋ, ਬਹਿਸ ਰੱਖੋ, ਤੁਹਾਨੂੰ ਲੋਕਾਂ ਦੇ ਸਵਾਲ ਸੁਣਨੇ ਪੈਣ, ਤੁਹਾਨੂੰ ਜਵਾਬ ਦੇਣੇ ਪੈਣ, ਫਿਰ ਪਤਾ ਲੱਗੇ ਕਿ ਇੱਥੋਂ ਨਸ਼ੇ ਦੀ ਕਿੰਨੀ ਕੁ ਮੁਕਤੀ ਹੋਈ ਆ ਜਿਹੜੀ ਤੁਸੀਂ ਦੂਜੇ ਸਟੇਟ ਦੇ ਵਿੱਚ ਲਹਿਰ ਲੈ ਕੇ ਜਾ ਕੇ ਉੱਥੇ ਵੜ ਗਏ ਹੋ। ਜੀ 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 ਅਤੇ ਨਾਲ ਹੀ ਸਰੋਤਿਆਂ ਨੂੰ ਦੱਸ ਜਾਈਏ ਵੀ ਆਪਾਂ ਇੱਕ ਅੱਧੀ ਖਬਰ ਹੋਰ ਕਰਕੇ ਉਸ ਤੋਂ ਬਾਅਦ ਦੇ ਵਿੱਚ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਆ ਮਿੰਟੂ ਜੀ ਨੂੰ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈਗਾ ਜੀ 408 272 5200 4082725200। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਭਾਜਪਾ ਰੈਲੀ ਦੇ ਵਿੱਚ ਖਾਲੀ ਰਹੀਆਂ ਕੁਰਸੀਆਂ। ਖਾਲੀ ਕੁਰਸੀਆਂ ਇਸ ਕਰਕੇ ਰਹੀਆਂ ਨੇ ਰਾਜ ਕਰਨਵੀਰ ਸਿੰਘ ਜੀ ਕਿਉਂਕਿ ਆਏ ਸੀਗੇ ਉੱਥੇ ਵਿਕਰਮ ਸਿੰਘ ਜੀ ਮਜੀਠੀਆ। ਹੁਣ ਇਹ ਨਾ ਸਮਝ ਲਿਓ ਕਿ ਇਹਨਾਂ ਦੇ ਆਉਣ ਕਰਕੇ ਹੀ ਕੁਰਸੀਆਂ ਜਿਹੜੀਆਂ ਉਹ ਖਾਲੀ ਰਹੀਆਂ। ਮਸਲਾ ਖੜਾ ਇਸ ਕਰਕੇ ਹੋਇਆ ਕਿ ਕੁਰਸੀਆਂ ਖਾਲੀ ਵਧੇਰੇ ਉਦੋਂ ਹੋਈਆਂ ਜਦੋਂ ਮਜੀਠੀਆ ਸਾਹਿਬ ਉੱਥੋਂ ਚਾਲੇ ਪਾ ਗਏ। ਤਾਂ ਹੁਣ ਜਿਹੜੇ ਭਾਜਪਾ ਦੇ ਹੈਗੇ ਬੰਦੇ ਉਹ ਅਨਅਫੀਸ਼ੀਅਲੀ ਇਹ ਗੱਲ ਕਹਿੰਦੇ ਪਏ ਆ ਸ਼ਰਾਰਤ ਹੋਈ ਆ ਕਿ ਅਸਲ ਦੇ ਵਿੱਚ ਸਾਜ਼ਿਸ਼ ਹੋਈ ਆ। ਅਕਾਲੀਆਂ ਨੇ ਆਪਣੇ ਬੰਦੇ ਆਂਦੇ ਤੇ ਫਿਰ ਮੁੜ ਕੇ ਇਹਨਾਂ ਨੇ ਸੈਨਤ ਮਾਰ ਕੇ ਸੀਟੀ ਮਾਰ ਕੇ ਆਪਣੇ ਸਾਰੇ ਬੰਦੇ ਜਿਹੜੇ ਸੀਗੇ ਉਹ ਇੱਕੋ ਦਮ ਨਾਲ ਬੁਲਾ ਲਏ। ਤੇ ਜਿਹੜਾ ਇਹਨਾਂ ਦਾ ਕੌਮੀ ਲੀਡਰ ਸੀਗਾ ਪ੍ਰਭਾਤ ਝਾਅ, ਜਦੋਂ ਉਹ ਬੋਲਣ ਲੱਗਿਆ, ਭਾਸ਼ਣ ਦੇਣ ਲੱਗਿਆ, ਉਦੋਂ ਝਾਅ ਹੀ ਕਰਦਾ ਰਹਿ ਗਿਆ ਕਿਉਂਕਿ ਕੁਰਸੀਆਂ ਤੇ ਖਾਲੀ ਸੀ। ਕਹਿੰਦੇ ਖਾਲੀ ਕੁਰਸੀ ਹਿਣਕਦੀ ਉੱਤੇ ਨਾ ਦਿਸਣ ਸਰੀਰ, ਉਹਦੇ ਸੰਗ ਰੌਣਕਾਂ ਤੁਰ ਪਈਆਂ ਜਦੋਂ ਚਾਲੇ ਪਾਏ ਮਜੀਠੇ ਵਾਲੇ ਵੀਰ। ਕਿ ਮਤਲਬ ਕੁਰਸੀਆਂ ਪਿਛਲੇ ਪਾਸੋਂ ਬਿਲਕੁਲ ਖਾਲੀ ਹੋ ਚੁੱਕੀਆਂ ਸੀਗੀਆਂ। ਤੇ ਸ਼ੱਕ ਇਹ ਵੀ ਪ੍ਰਗਟਾ ਰਹੇ ਆ ਭਾਜਪਾ ਵਾਲੇ, ਕਹਿੰਦੇ ਕਿ ਇਸ ਕੰਮ ਦੇ ਵਿੱਚ ਸਾਡਾ ਵੀ ਇੱਕ ਬੰਦਾ ਗਦਾਰ ਆ ਜਿਹਨੇ ਸਾਥ ਦਿੱਤਾ। ਤਾਂ ਤੁਸੀਂ ਦੇਖ ਲਓ ਕਿ ਇਹ ਰਿਸ਼ਤਾ ਕਿਸ ਤਰ੍ਹਾਂ ਨਿਭ ਰਿਹਾ। ਪਰ ਭਾਜਪਾ ਵਾਲੇ ਮੰਨਦੇ ਨਹੀਂ ਪਏ। ਇਹ ਇਹਨਾਂ ਦੀ ਚਮੜੀ ਜਿਹੜੀ ਬੜੀ ਸਖਤ ਆ। ਕਹਿੰਦੇ ਕਿ ਨਹੀਂ ਜੀ ਲੀਡਰ ਥੋੜੇ ਜਿਹੇ ਨਾ ਲੇਟ ਹੋ ਗਏ ਸੀਗੇ, ਇਸ ਕਰਕੇ ਲੋਕ ਵਿਚਾਰੇ ਅੱਖ ਛੱਕ ਕੇ ਉੱਥੋਂ ਚਲੇ ਗਏ। ਹੁਣ ਮਰਦਿਆਂ ਨੇ ਅੱਖ ਚੱਬਿਆ, ਚਾਲੇ ਪਾ ਦਿੱਤੇ ਆ। ਪਰ ਅਸਲੀਅਤ ਇਹੋ ਆ ਕਿ ਇਹਨਾਂ ਦੀਆਂ ਜਿਹੜੀਆਂ ਕੁਰਸੀਆਂ ਸੀਗੀਆਂ ਪਿਛਲੇ ਪਾਸੇ ਲਾਲ ਰੱਤੀਆਂ ਕੁਰਸੀਆਂ ਸੀਗੀਆਂ, ਉਹ ਚਮਕ ਰਹੀਆਂ ਸੀਗੀਆਂ, ਸਰੀਰਾਂ ਨੂੰ ਤਰਸ ਰਹੀਆਂ ਸੀਗੀਆਂ। ਜੀ 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 ਤੇ ਸਰੋਤਿਓ ਇੱਥੇ ਆਪਾਂ ਇੱਕ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਤੇ ਪਰ ਸਰੋਤਿਆਂ ਨੂੰ ਇਹ ਦੱਸ ਦਿਓ ਕਿ ਮੁਕੇਰੀਆਂ ਦੀ ਘਟਨਾ, ਮੁਕੇਰੀਆਂ ਜ਼ਿਮਨੀ ਚੋਣ ਦੀ ਭੰਬਲਪੂਤ ਸਾਰਾ ਖੜਾ ਹੋ ਜਾਵੇ ਕਿ ਕਿੱਥੋਂ ਦੀ ਰੈਲੀ ਸੀਗੀ। ਜੀ 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 ਮੁਕੇਰੀਆਂ ਦੀ ਜੀ। ਚਲੋ ਜੀ ਇਹ ਵੀ ਕਲੀਅਰ ਹੋ ਗਿਆ। ਤੇ ਬਿਲਕੁਲ ਇੱਕ ਬ੍ਰੇਕ ਲੈ ਕੇ ਹਾਜ਼ਰ ਹੁੰਦੇ ਹਾਂ। ਸਰੋਤਿਓ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਕਾਲ ਕਰ ਸਕਦੇ ਹੋ। ਸਟੂਡੀਓ ਦਾ ਫੋਨ ਨੰਬਰ ਹੈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪਾਬਲਾ ਸਵੀਟਸ ਐਂਡ ਕੇਟਰਿੰਗ, ਜਿਹੜੇ ਕਿ ਬਣਾਉਂਦੇ ਹਨ ਸ਼ੁੱਧ ਅਤੇ ਟ੍ਰੈਡੀਸ਼ਨਲ ਪੰਜਾਬੀ ਮਠਿਆਈਆਂ ਅਤੇ ਜਿਨ੍ਹਾਂ ਨੂੰ 50 ਸਾਲ ਦਾ ਤਜਰਬਾ ਹੈ ਮਠਿਆਈਆਂ ਬਣਾਉਣ ਅਤੇ ਕੇਟਰਿੰਗ ਦੇ ਬਿਜ਼ਨਸ ਦਾ। ਅਤੇ ਇਹਨਾਂ ਦੀ ਖਾਸੀਅਤ ਕਿ ਇਹ ਸਪੈਸ਼ਲ ਆਰਡਰ ਤੇ ਲੋ ਸ਼ੂਗਰ ਅਤੇ ਦੇਸੀ ਘਿਓ ਦੇ ਨਾਲ ਮਠਿਆਈਆਂ ਤਿਆਰ ਕਰਕੇ ਦਿੰਦੇ ਹਨ ਅਤੇ ਹਰ ਇੱਕ ਤਰ੍ਹਾਂ ਦੇ ਬਿਜ਼ਨਸ ਇਵੈਂਟ, ਬਰਥਡੇ ਪਾਰਟੀਜ਼, ਮੈਰਿਜ ਪਾਰਟੀਜ਼ ਅਤੇ ਕਿਸੇ ਵੀ ਤਰ੍ਹਾਂ ਦੀ ਰਿਸੈਪਸ਼ਨ ਪਾਰਟੀ ਦੇ ਲਈ 1500 ਤੱਕ ਬੰਦਿਆਂ ਦੀ ਕੇਟਰਿੰਗ ਵੀ ਕਰਦੇ ਹਨ ਅਤੇ ਅਖੰਡ ਪਾਠ ਸਾਹਿਬ, ਗੁਰਦੁਆਰਾ ਸਾਹਿਬ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਸਮਾਗਮ ਦੀ ਕੇਟਰਿੰਗ ਦੇ ਲਈ ਸਪੈਸ਼ਲ ਪ੍ਰਾਈਸ ਵੀ ਦਿੰਦੇ ਹਨ। ਕਰਵਾਉਣੀ ਹੋਵੇ ਕੋਈ ਵੀ ਕੇਟਰਿੰਗ ਕਿਸੇ ਵੀ ਫੰਕਸ਼ਨ ਦੇ ਲਈ ਜਾਂ ਫਿਰ ਬਣਵਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਸਪੈਸ਼ਲ ਆਰਡਰ ਦੀ ਮਠਿਆਈ ਤਾਂ ਗੱਲ ਕਰ ਸਕਦੇ ਹੋ ਪਾਬਲਾ ਸਵੀਟਸ ਐਂਡ ਕੇਟਰਿੰਗ ਵਾਲਿਆਂ ਨਾਲ। ਪਾਬਲਾ ਸਵੀਟਸ ਐਂਡ ਕੇਟਰਿੰਗ 348 ਮਰਚੈਂਟ ਸਟਰੀਟ, ਵੈਕਾਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7075147600 707 514 7600। ਸ਼ਹਿਨਾਈ ਬ੍ਰਾਈਡਲ ਬੁਟੀਕ ਲੈ ਕੇ ਆਏ ਹਨ 30% ਆਫ ਦੀ ਸੇਲ। ਜੀ ਹਾਂ, 30% ਆਫ ਦੀ ਸੇਲ। 30% ਆਫ ਸੇਲ ਦਾ ਲਾਭ ਲੈ ਸਕਦੇ ਹੋ 3 ਨਵੰਬਰ ਤੱਕ। 30% ਡਿਸਕਾਊਂਟ ਸਟੋਰ ਵਾਈਡ ਇਨ ਸ਼ਹਿਨਾਈ ਬ੍ਰਾਈਡਲ ਬੁਟੀਕ ਅਤੇ 45% ਸੇਲ ਦਾ ਲਾਭ ਲੈ ਸਕਦੇ ਹੋ ਰੈਡ ਡਾਟ ਸੇਲ ਤੇ ਔਨ ਸਿਲੈਕਟਡ ਆਈਟਮਸ। ਸ਼ਹਿਨਾਈ ਬ੍ਰਾਈਡਲ ਬੁਟੀਕ ਜਿੱਥੋਂ ਖਰੀਦ ਸਕਦੇ ਹੋ ਸਾੜੀ, ਲਹਿੰਗਾ, ਸੂਟ, ਮਰਦਾਂ ਤੇ ਬੱਚਿਆਂ ਦੇ ਕੱਪੜੇ ਅਤੇ ਇਸ ਦੇ ਨਾਲ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ। ਬ੍ਰਾਈਡ ਅਤੇ ਗਰੂਮ ਦੇ ਲਈ ਰੱਖਦੇ ਹਨ ਭਾਰੀ ਕਲੈਕਸ਼ਨ। ਇਹ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 11 ਵਜੇ ਤੋਂ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ, ਫ੍ਰੀਮੌਂਟ। ਸ਼ਹਿਨਾਈ ਬ੍ਰਾਈਡਲ ਬੁਟੀਕ ਦੇ ਵਿੱਚ ਹੁਣ ਖੁੱਲ ਚੁੱਕਾ ਹੈ ਗੋਲਡ ਪੈਲਸ ਜਿਊਲਰ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਸੋਨੇ ਅਤੇ ਹੀਰੇ ਦੇ ਗਹਿਣੇ। ਹੌਲੀਡੇ ਸਪੈਸ਼ਲ ਤੇ ਲੈ ਸਕਦੇ ਹੋ 50% ਆਫ ਦੀ ਸੇਲ। ਡਾਇਮੰਡ ਜਿਊਲਰੀ ਤੇ 50% ਦਾ ਡਿਸਕਾਊਂਟ ਪੋਲਕੀ ਡਾਇਮੰਡ ਜਿਊਲਰੀ ਤੇ। ਹੀਰੇ ਅਤੇ ਸੋਨੇ ਦੇ ਗਹਿਣੇ ਲੈਣ ਲਈ ਗੱਲ ਕਰ ਸਕਦੇ ਹੋ 5107965050 510 796 5050। ਬ੍ਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਨਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ। ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ, ਗੋਡਿਆਂ ਮੋਢਿਆਂ 'ਚ ਦਰਦ, ਬੈਕ ਦੀ ਕੋਈ ਵੀ ਪ੍ਰੋਬਲਮ, ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ। ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ, ਭੁੱਖ ਨਾ ਲੱਗਣਾ, ਭਾਰ ਘਟਣਾ ਜਾਂ ਫਿਰ ਡਰੱਗ ਐਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਗੱਲ ਕਰ ਸਕਦੇ ਹੋ 6478562516 647 856 2516। ਸੁਜੋਕ ਹੋਮਿਓਪੈਥਿਕ ਕਲੀਨਿਕ 145 ਕਲੀਅਰੈਂਸ ਸਟਰੀਟ, ਯੂਨਿਟ ਨੰਬਰ 26, ਬ੍ਰੈਂਪਟਨ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ, MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਰੁਪਿੰਦਰ ਹਾਂਡਾ ਔਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਖਬਰ ਤੇ ਨਜ਼ਰ। ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ। ਜੀ ਸ਼ੁਕਰੀਆ ਜੀ ਰਾਜਕਰਨ ਸਿੰਘ ਜੀ। ਜੀ ਤੇ ਸਰੋਤੇ ਜੇਕਰ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਕਾਲ ਕਰ ਸਕਦੇ ਹੋ ਨੰਬਰ 408272 5200 4082725200 ਦੇ ਉੱਤੇ। ਅਤੇ ਆਓ ਆਪਾਂ ਜਿਹੜੇ ਆ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਆਪਣੇ ਨਾਲ ਪਹਿਲੇ ਕਾਲਰ ਜੁੜੇ ਨੇ ਜਸਪੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ।
ਹਾਂਜੀ, ਸਤਿ ਸ਼੍ਰੀ ਅਕਾਲ ਰਾਜ ਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਹਾਂਜੀ, ਮੈਂ ਕਿਹਾ ਬੜੀ ਇਹਨਾਂ ਦੀ ਤੂ ਹੋ ਰਹੀ ਆ ਨਿੰਬੂਆਂ ਵਾਲੇ ਮਸਲੇ ਦੇ ਉੱਤੇ, ਫੇਸਬੁੱਕਾਂ ਭਰੀਆਂ ਪਈਆਂ ਤੇ ਬਾਕੀ ਅਸੀਂ ਵੀ ਇਸ ਘਟਨਾ ਦੀ ਕੜੇ ਸ਼ਬਦੋਂ में निंदा करते हैं। ਜੀ ਤੇ ਮਿੰਟੂ ਜੀ, ਸਵਾਲ ਇਹ ਹੈ ਵੀ ਮੋਦੀ ਜਦੋਂ ਆਇਆ ਪ੍ਰਧਾਨ ਮੰਤਰੀ, ਇਹ ਕਹਿੰਦਾ ਸੀ ਵੀ ਮੈਨੂੰ ਦਿੱਲੀ ਭੇਜ ਦਿਓ, ਮੈਂ ਕਿਸੇ ਵੀ ਤਿਜੋਰੀ ਦੇ ਉੱਤੇ ਪੰਜਾ ਨਹੀਂ ਪੈਣ ਦੇਵਾਂਗਾ। ਉਹ ਜਿਹੜੇ 3-4 ਇਹਦੇ ਮਿੱਤਰ ਭੱਜ ਗਏ ਆ ਪੰਜਾ ਲਾ ਕੇ, ਕੀ ਅਪਡੇਟ ਆ ਉਹਦੀ? ਕਦ ਤੱਕ ਵਾਪਸ ਆਣਗੇ ਜਾਂ ਉੱਥੇ ਮੌਕਾ ਲੁੱਟਾਂਗੇ? ਇਹਦੇ ਬਾਰੇ ਦੱਸੋ ਜਰਾ। ਚੱਕਣਾ ਵੀਰ ਜੀ ਫੋਨ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਨਾ ਇੱਕ ਗੱਲ ਕਲੀਅਰ ਕਰ ਦੇਵਾਂ, ਮੈਂ ਥੋੜਾ ਜਿਹਾ ਘਰੇਲੂ ਵਾਸਤੇ ਘਿਰਿਆ ਪਿਆ। ਮੇਰੇ ਘਰ ਦੇ ਵਿੱਚ ਕੋਈ ਥੋੜੀ ਡਿਸਟਰਬਿੰਗ ਆ, ਬਿਮਾਰੀ ਆ, ਤੇ ਉਹਦੇ ਕਰਕੇ ਨਾ ਥੋੜਾ ਜਿਹਾ ਜਿੰਨਾ ਮਰਜ਼ੀ ਬੰਦਾ ਯਤਨ ਕਰ ਲਵੇ ਤੇ ਉਹ ਲਹਿਜਾ ਨਹੀਂ ਬਣਦਾ, ਲਿਆਕਤ ਨਹੀਂ ਆਉਂਦੀ, ਤੇ ਉਹਦੇ ਲਈ ਮਾਫੀ ਆ। ਤੇ ਜਿਹੜੀ ਦੂਜੀ ਗੱਲ ਤੁਸੀਂ ਕਹੀ ਆ ਕਿ ਨਿੰਬੂਆਂ ਵਾਲੀ ਹੈ ਨਾ ਜੀ, ਉਹ ਅਸੀਂ ਤੇ ਨਿੰਦਾ ਕਰਦੇ ਆ ਨਾ ਕਿ ਉਹ ਚਲੋ ਨਿੰਬੂ ਜਾਂ ਸ਼ਸਤਰ ਪੂਜਾ ਠੀਕ ਆ, ਸਾਡੇ ਘਰਾਂ ਦੇ ਵਿੱਚ ਵੀ ਬਹੁਤ ਕੁਝ ਹੁੰਦਾ ਹੈ। ਜੇ ਆਪਾਂ ਚੀਜ਼ਾਂ ਸੋਚਣ ਲੱਗੀਏ ਸਰਦਾਰ ਸਾਹਿਬ, ਬਹੁਤ ਕੁਝ ਗਲਤ ਹੁੰਦਾ ਵਾ, ਸਾਡੇ ਵੀ ਹੁੰਦਾ। ਪਰ ਗੱਲ ਇਹ ਆ ਕਿ ਓਮ ਕੱਲਾ ਲਿਖਣ ਦਾ ਕੀ ਮਤਲਬ ਆ? ਕਿਉਂਕਿ ਭਾਰਤ ਹੈ ਜਿਹੜਾ ਉਹ ਧਰਮ ਨਿਰਪੱਖ ਦੇਸ਼ ਆ। ਦੂਜੀ ਗੱਲ ਜਿਹੜੀ ਤੁਸੀਂ ਇਹ ਗੱਲ ਕਹੀ ਆ ਕਿ ਜੋ ਪ੍ਰਧਾਨ ਮੰਤਰੀ ਕਹਿੰਦੇ ਸਨ ਇਹ ਕਰ ਦਾਂਗੇ ਉਹ ਕਰ ਦਾਂਗੇ, ਦੇਖੋ ਇੱਕ ਚੀਜ਼ ਜਿਹੜੀ ਆ ਉਹ ਇਹਨਾਂ ਦੇ ਪੱਖ ਦੇ ਵਿੱਚ ਆ, ਕਿਉਂਕਿ ਵੱਡਾ ਘਟਾਲਾ ਨਹੀਂ ਆਇਆ ਇਹਨਾਂ ਦੇ ਸਾਹਮਣੇ। ਕੋਈ ਵੱਡਾ ਘਟਾਲਾ ਯਾਨੀ ਸਿੱਧੇ ਤੌਰ ਤੇ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਨੇ ਕੀਤਾ ਹੋਵੇ ਕੋਈ ਨਹੀਂ ਆਇਆ। ਤੁਸੀਂ ਕੱਢ ਕੇ ਦੇ ਦਿਓ, ਠੀਕ ਆ, ਤਾਂ ਰਾਜਕਰਮਵੀਰ ਸਿੰਘ ਨੂੰ ਭੇਜ ਦਿਓ, ਆਪਾਂ ਮੰਨ ਲਵਾਂਗੇ ਨਾ ਕਿ ਸਾਹਮਣੇ ਨਹੀਂ ਆਇਆ ਸੈਂਟਰ ਦਾ ਕੋਈ ਵੀ ਘਟਾਲਾ ਜਿੱਦਾਂ UPA ਸਰਕਾਰ ਦਾ ਆਇਆ ਸੀਗਾ। ਪਰ ਘੁਟਾਲੇ ਹੋ ਕਿੱਦਾਂ ਰਹੇ ਆ ਇਹ ਸਮਝਣ ਦੀ ਜ਼ਰੂਰਤ ਆ। ਤੁਹਾਡਾ ਸਵਾਲ ਠੀਕ ਹੈ ਇਸ ਪ੍ਰਤੀਕ ਦੇ ਵਿੱਚ, ਪਰ ਘੁਟਾਲੇ ਹੋ ਕਿੱਦਾਂ ਰਹੇ? ਮੈਂ ਕੱਲ ਵੀ ਗੱਲ ਕਹੀ ਸੀਗੀ, ਰਾਜਕਰਮਵੀਰ ਨੇ ਮੈਨੂੰ ਸਵਾਲ ਕੀਤਾ ਸੀਗਾ SBI ਦੇ ਮਾਮਲੇ 'ਚ, ਤੇ ਮੈਂ ਕਿਹਾ ਸੀਗਾ ਕਿ ਦੇਖੋ ਹੋ ਕੀ ਰਿਹਾ ਕਿ ਖਾਸ ਬੰਦਿਆਂ ਨੂੰ ਖਾਸ ਰੈਟਾਂ ਦੇ ਤਹਿਤ ਬਹੁਤ ਵੱਡੀਆਂ ਰਕਮਾਂ ਦਿੱਤੀਆਂ ਜਾ ਰਹੀਆਂ, ਫਿਰ ਉਹਨਾਂ ਨੂੰ NPA 'ਚ ਪਾ ਦਿੱਤਾ ਜਾਂਦਾ, ਵੱਟੇ ਖਾਤੇ 'ਚ ਪਾ ਦਿੱਤਾ ਜਾਂਦਾ। ਇਸ ਤਰ੍ਹਾਂ ਦੇ ਘਪਲੇ ਹੋ ਰਹੇ ਆ, ਇੰਡੀਆ 'ਚ ਹੋ ਰਹੇ ਆ। ਇਹ ਸੱਚ ਆ, ਹਕੀਕਤ ਆ। ਮਤਲਬ ਠੀਕ ਆ ਕਿ ਸਰਕਾਰ ਦਾ ਕੋਈ ਘਪਲਾ ਸਾਹਮਣੇ ਨਹੀਂ ਆਇਆ, ਇਹ ਇਹਨਾਂ ਦੀ ਪ੍ਰਾਪਤੀ ਆ, ਇਹ ਅਚੀਵਮੈਂਟ ਆ। ਪਰ ਜਿੱਦਾਂ ਬੈਂਕਿੰਗ ਸੈਕਟਰ ਦੇ ਵਿੱਚ ਆਪਾਂ ਦੇਖਿਆ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਫਲਾਣੇ ਭੱਜ ਗਏ, ਟਮਕਾਟੇ ਭੱਜ ਗਏ, ਤਾਂ ਉਹ ਸੱਚ ਆ ਕਿ ਜਿਹੜੇ ਭੱਜੇ ਵੀ ਨਹੀਂ ਹੈ ਉਹ NPA 'ਚ ਆ ਗਏ, ਵੱਟੇ ਖਾਤੇ 'ਚ ਵੀ ਆ ਗਏ। ਸੁਪਰੀਮ ਕੋਰਟ 'ਚ ਕੇਸ ਗਿਆ ਕਿ ਤੁਸੀਂ ਭਾਈ ਜਾਣਕਾਰੀ ਦਿਓ ਕਿ ਕਿਹੜੇ ਬੰਦੇ ਆ ਜਿਹਦੇ ਵਿਲਫੁਲ ਡਿਫਾਲਟਰ ਹੈ। ਇਹਨਾਂ ਨੇ ਕਿਹਾ ਨਹੀਂ, ਅਸੀਂ ਉਹਨਾਂ ਦੀ ਜਾਣਕਾਰੀ ਵੀ ਨਹੀਂ ਦੇ ਸਕਦੇ। ਤਾਂ ਕਹਿਣ ਦਾ ਮਤਲਬ ਹੈ ਸ਼ੈਲਟਰਿੰਗ, ਕਿ ਉਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਪ੍ਰੋਟੈਕਟ ਕੀਤਾ ਜਾ ਰਿਹਾ ਜਿਹੜੇ ਬੰਦਿਆਂ ਨੂੰ ਕਰਜ਼ਾ ਜਿਹੜਾ ਆਪਣੇ ਪੱਧਰ ਤੇ ਇਹਨਾਂ ਨੇ ਦਿੱਤਾ। ਤੁਹਾਡੀ ਗੱਲ ਬਿਲਕੁਲ ਸਹੀ ਆ, ਮੁਨਾਸਿਬ ਆ, ਇਹ ਤੁਹਾਡਾ ਪਰਪੇਖ ਵੀ ਸਹੀ ਆ ਕਿ ਹਾਂ ਹੋ ਰਿਹਾ ਸਭ ਕੁਝ, ਪਰ ਇਸ ਤਰੀਕੇ ਨਾਲ ਹੋ ਰਿਹਾ ਕਿ ਸਿੱਧੇ ਤੌਰ ਤੇ ਸਰਕਾਰ ਦਾ ਕੋਈ ਘੁਟਾਲਾ ਨਹੀਂ ਹੈ ਇਹਦੇ 'ਚ। ਜੀ, ਅਗਲੇ ਜਿਹੜੇ ਕਾਲਰ ਆਪਣੇ ਜੁੜੇ ਨੇ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੇਰਾ ਸਵਾਲ ਹੈਗਾ, ਤੁਹਾਡਾ ਪੁਆਇੰਟ ਆਫ ਵਿਊ ਜਾਣਨਾ ਚਾਹੁੰਦਾ। ਜਿਹੜਾ ਪਿੱਛੇ ਮੋਹਨ ਭਗਵਤ ਨੇ ਬਿਆਨ ਦਿੱਤਾ ਤਾਜ਼ਾ ਕਿ ਭਾਰਤ ਜਿਹੜੇ ਲੋਕ ਰਹਿੰਦੇ ਆ ਭਾਰਤ ਦੇ ਵਿੱਚ ਸਾਰੇ ਹਿੰਦੂ ਨੇ। ਫਸਟ ਆਫ ਆਲ ਤੁਸੀਂ ਵੀ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਕੀ ਇਹ ਸੰਵਿਧਾਨ ਦੀਆਂ ਧਾਰਾਵਾਂ ਦੀਆਂ ਧੱਜੀਆਂ ਉਡਾਉਣ ਵਾਲੀ ਗੱਲ ਨਹੀਂ, ਜਾਂ ਸਿੱਧੇ ਤੌਰ ਤੇ ਥ੍ਰੈਟ ਕੀਤਾ ਜਾ ਰਿਹਾ ਵੀ ਤੁਸੀਂ ਹਿੰਦੂ ਹੋ? ਸਾਡਾ ਕਿਸੇ ਵੀ ਧਰਮ ਦੇ ਨਾਲ ਦੇਖੋ ਸਾਰੇ ਸੱਭੇਵਾਦ ਜਾਣੀ ਕਿ ਸਾਰੇ ਹੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੇ ਕਿ ਸੱਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ ਬਾਹਰਾ ਜੀ, ਕੋਈ ਨਾ ਦੱਸੇ ਬਾਹਰਾ ਜੀ। ਤੋ ਕੀ ਇਹ ਕੋਈ ਏਦਾਂ ਦੀ ਕਾਨੂੰਨ ਨਹੀਂ ਆ ਸਕਦਾ ਜਾਂ ਕੋਈ ਏਦਾਂ ਦੇ ਲੀਡਰਾਂ ਦੇ, ਕਿਉਂਕਿ ਕੱਲ ਹਰੇਕ ਚੱਕ ਕੇ ਜਿਹੜਾ ਧਰਮ ਦੇ ਆਧਾਰ ਤੇ ਉਹਨਾਂ ਨੂੰ ਧਰਮ ਬਾਰੇ ਚਲੋ ਗਿਆਨ ਜਿੰਨਾ ਹੁੰਦਾ ਨਹੀਂ ਹੁੰਦਾ, ਇਹ ਵਿਸ਼ਾ ਨਹੀਂ ਹੈਗਾ ਮੇਰਾ। ਕਿ ਇੱਕ ਤਾਂ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ, ਸੰਵਿਧਾਨ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਹੈਗਾ ਧਰਮ ਨਿਰਪੱਖ ਦੇਸ਼ ਆ, ਤੁਸੀਂ ਵੀ ਪਹਿਲਾਂ ਕਲੀਅਰ ਕੀਤੀ ਹੈ ਗੱਲ। ਸੋ ਸੰਵਿਧਾਨ ਦੀਆਂ ਧਾਰਾਵਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਇੱਕ ਸਿੱਧੀ ਪਬਲਿਕਲੀ ਤੌਰ ਤੇ ਥ੍ਰੈਟ ਕੀਤਾ ਜਾ ਰਿਹਾ ਲੋਕਾਂ ਨੂੰ, ਮਿਨੋਰਿਟੀਜ਼ ਨੂੰ, ਜਿਹੜੀ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈਗਾ। ਕੀ ਏਦਾਂ ਦਾ ਕਾਨੂੰਨ ਨਹੀਂ ਆ ਸਕਦਾ ਜਾਂ PIL ਨਹੀਂ ਪੈ ਸਕਦੀ ਤਾਂ ਕਿ ਕੋਈ ਵੀ ਲੀਡਰ ਭਾਵੇਂ ਕਿਸੇ ਵੀ ਧਰਮ ਨਾਲ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਕਿ ਉਹ ਧਰਮ ਦੇ ਮੁੱਦੇ ਤੇ ਏਦਾਂ ਦਾ ਸੰਜੀਦਾ ਬਿਆਨ ਨਾ ਦੇਵੇ? ਪਲੀਜ਼ ਕੱਟਿਓ ਨਾ ਜੀ। ਦੇਖੋ ਇਹ ਐਡਾ ਖੋਤੇ ਦਿਮਾਗ ਦਾ ਬੰਦਾ ਮੋਹਨ ਭਾਗਵਤ,
ਇਹ ਆਰਥਿਕ ਮੰਦੀ ਤੇ ਬੋਲਣ ਡਿਆ ਸੀਗਾ। ਕਹਿੰਦਾ ਜੀ ਦੇਖੋ ਮੇਰਾ ਸੱਜਣ ਕੋਈ, ਉਹਦੇ ਤੋਂ ਮੈਂ ਰਾਏ ਲਈ ਕਿ ਕੀ ਇੰਡੀਆ 'ਚ ਆਰਥਿਕ ਮੰਦੀ ਆ, ਤੇ ਉਹ ਮੈਨੂੰ ਕਹਿੰਦਾ ਨਹੀਂ 5% ਤੱਕ ਗਰੋਥ ਰੇਟ ਹੈਗੀ ਆ, ਹਜੇ ਠੀਕ ਆ, ਜਦੋਂ 0 ਹੋ ਗਈ ਨਾ ਉਦੋਂ ਆਰਥਿਕ ਮੰਦੀ ਹੋਊਗੀ। ਜਿਹੜਾ ਬੰਦਾ ਇਹ ਰਾਏ ਦੂਜੇ ਤੋਂ ਲੈ ਰਿਹਾ, ਉਹਦਾ ਦਿਮਾਗ ਕਿੰਨਾ ਕੁ ਹੋਊਗਾ? ਤਾਂ ਕਹਿਣ ਦਾ ਮਤਲਬ ਹੈ ਠੀਕ ਹੈ, ਬਿਲਕੁਲ ਤੁਹਾਡੀ ਗੱਲ ਸਹੀ ਆ, ਤੁਹਾਡੀ ਚਿੰਤਾ ਸਹੀ ਹੈ ਕਿ ਅਸੀਂ ਵੀ ਇਸ ਹੱਕ ਦੇ ਵਿੱਚ ਆ ਕਿ ਜਿਹੜਾ ਭਾਰਤ ਆ, ਇਹ ਭਾਰਤ ਤੁਸੀਂ ਦੇਖੋ ਨਾ, ਭਾਰਤ ਇੱਕ ਸੱਭਿਅਤਾ ਸੀਗੇ। ਇਹ ਜੇ ਡਿਬੇਟ ਦੇ ਵਿੱਚ ਆਪਾਂ ਚਲੇ ਜਾਈਏ, ਹੁਣ ਮੈਂ ਡਿਬੇਟ ਦੇ ਵਿੱਚ ਵੇਖ ਰਿਹਾ ਸੀਗਾ, ਅਕਾਲੀ ਦਲ ਵੱਲੋਂ ਵੀ ਇੱਕ ਬੈਠਾ ਸੀ ਨੁਮਾਇੰਦਾ, ਇੱਕ ਪੁਰਾਣੇ ਸਮੇਂ ਦਾ ਸਟੂਡੈਂਟ ਫੈਡਰੇਸ਼ਨ ਦਾ ਵੀ ਆਗੂ ਬੈਠਾ ਸੀਗਾ, ਸਾਰੇ ਬੈਠੇ ਸੀ, 2 ਬੈਠੇ ਸੀ RSS ਵਾਲੇ। ਇਹਨਾਂ ਨੂੰ ਅਸਲ ਨੁਕਤੇ ਦੀ ਗੱਲ ਹੀ ਨਹੀਂ ਸੀ ਕਰਨੀ ਆ ਰਹੀ। ਤਾਂ ਕਹਿਣ ਦਾ ਮਤਲਬ ਇਹ ਕਿ ਤੁਸੀਂ ਗੱਲ ਸ਼ੁਰੂ ਕਰੋ ਕਿ ਸਿੱਧੂ ਘਾਟੀ ਸੱਭਿਅਤਾ ਸੀਗੀ ਜਿਹੜੀ, ਉਸ ਤੋਂ ਬਾਅਦ ਕੀ ਹੋਇਆ? ਉਹ 5,500 ਸਾਲ ਪੁਰਾਣੀ ਆ। ਤੁਹਾਡੇ ਬੰਦੇ ਆਉਂਦੇ 3.5 ਸਾਲ ਬਾਅਦ, ਮਤਲਬ ਕਿ 2000 ਸਾਲ ਬਾਅਦ, 3.5 ਸਾਲ ਬਾਅਦ। ਤਾਂ ਉਹ ਕਾਲ ਆ, ਕਾਲਖੰਡ ਆ ਜਿਹੜਾ। ਉਸ ਤੋਂ ਬਾਅਦ ਇੱਥੇ ਵੇਦ ਲਿਖੇ ਜਾਂਦੇ, ਉਪਨਿਸ਼ਦਾਂ ਲਿਖੀਆਂ ਜਾਂਦੀਆਂ, ਤਾਂ ਉਹਦੇ ਆਧਾਰ ਤੇ ਤੁਸੀਂ ਆਹ ਗੱਲਾਂ ਕਰੀ ਜਾਂਦੇ ਹੋ ਕਿ ਫਲਾਂ ਹੈ ਟਮਕਾ ਹੈ, ਜਦ ਕਿ ਜਿਹੜਾ ਸੰਵਿਧਾਨ ਆ, ਸੰਵਿਧਾਨ ਇਹ ਗੱਲ ਕਹਿੰਦਾ, ਕਿਉਂਕਿ ਜਦੋਂ ਦੇਖੋ ਯੂਨਾਈਟ ਹੋਏ ਆਪਾਂ, ਠੀਕ ਆ, ਸਿੰਧੂ ਘਾਟੀ ਸਭਿਅਤਾ ਤੋਂ ਲੈ ਲਈਏ ਆਪਾਂ, ਜੋ ਸਾਡੇ ਕੋਲ ਪ੍ਰਮਾਣ ਆ। ਉਸ ਤੋਂ ਬਾਅਦ ਵੀ ਕੀ ਹੋਇਆ ਕਿ ਇਹਨਾਂ ਨੇ ਜਿਹੜੇ ਮੂਲ ਵਾਸੀ ਸੀ ਧੱਕ ਕੇ ਦੱਖਣ ਵਾਲੇ ਪਾਸੇ ਕਰ ਦਿੱਤੇ, ਪਰ ਬਾਵਜੂਦ ਇਸ ਦੇ ਕਿ ਇਹਨਾਂ ਨੇ ਆਪਣਾ ਸਾਰਾ ਕੁਛ ਕਾਰ ਵਿਹਾਰ ਸ਼ੁਰੂ ਕਰ ਦਿੱਤਾ ਆਪਣੇ ਪੱਧਰ ਤੇ, ਪਰ ਫਿਰ ਵੀ ਸਭਿਅਤਾਵਾਂ ਜਿਹੜੀਆਂ ਸੀਗੀਆਂ ਅਲੱਗ-ਅਲੱਗ ਤੌਰ ਤੇ ਪ੍ਰਫੁੱਲਤ ਹੁੰਦੀਆਂ ਰਹੀਆਂ। ਅਲੱਗ-ਅਲੱਗ ਮਜ਼ਹਬ ਧਰਮ ਜਿਹੜੇ ਆ ਉਹ ਉਤਪੰਨ ਹੁੰਦੇ ਰਹੇ। ਫਿਰ ਇੱਕ ਮੌਕੇ ਤੇ ਆ ਕੇ ਇਹ ਯੂਨਾਈਟ ਹੋ ਗਏ, ਸਾਂਝੇ ਹੋ ਗਏ। ਅੱਜ ਦੀ ਤਰੀਕ 'ਚ ਹਿੰਦੂ ਕਿਸ ਮੌਕੇ ਤੇ, ਔਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜਿਹੜੇ ਡਿਬੇਟ ਕਰਦੇ ਆ, ਤੁਸੀਂ ਇਹ ਤਾਂ ਪੁੱਛੋ ਇਹਨਾਂ ਨੂੰ ਕਿ ਪਰਿਭਾਸ਼ਾ ਕੀ ਆ ਹਿੰਦੂ ਦੀ? ਹਿੰਦੂ ਸ਼ਬਦ ਕਿੱਥੋਂ ਆਇਆ? ਪਹਿਲਾਂ ਸਨਾਤਨੀ ਸ਼ਬਦ ਸੀਗਾ, ਹਿੰਦੂ ਸ਼ਬਦ ਤੇ ਆਉਂਦਾ ਜਦੋਂ ਹਮਲਾਵਰ ਬਾਹਰੋਂ ਆਏ ਆ। ਤਾਂ ਤੁਸੀਂ ਤਾਂ ਇੰਪੋਰਟ ਕੀਤਾ, ਸ਼ਬਦ ਇੰਪੋਰਟ ਕੀਤਾ ਪਿਆ। ਤਾਂ ਇਹ ਕਹਿਣ ਦਾ ਮਤਲਬ ਇਹੋ ਆ ਕਿ ਇਹ ਬਿਲਕੁਲ ਜ਼ਾਲਾਂ ਵਾਲੀ ਗੱਲ ਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਅਕਾਲੀ ਦਲ ਇਸ ਮਾਮਲੇ 'ਚ ਬੋਲ ਨਹੀਂ ਰਿਹਾ ਜਿਹਨੂੰ ਬੋਲਣਾ ਚਾਹੀਦਾ ਸੀਗਾ। ਜਥੇਦਾਰ ਬੋਲ ਰਿਹਾ, ਮੈਂ ਕਹਿੰਦਾ ਜਥੇਦਾਰ ਨੂੰ 100 ਵਾਰੀ ਸਿਜਦਾ, ਚਾਹੇ ਉਹ ਇਹਨਾਂ ਦੇ ਬੁਲਾਇਆ ਬੋਲ ਰਿਹਾ, ਚਾਹੇ ਆਪਣੇ ਪੱਧਰ ਤੇ ਬੋਲ ਰਿਹਾ। ਔਰ ਕਮਾਲ ਦੀ ਗੱਲ ਤੇ ਆ ਕਿ ਨਾ ਕਮਿਊਨਿਸਟ ਬੋਲ ਰਿਹਾ ਇਸ ਮੁੱਦੇ ਤੇ, ਨਾ ਹੀ ਕਾਂਗਰਸ ਬੋਲ ਰਹੀ ਆ। ਤੁਸੀਂ ਬੋਲ ਰਹੇ ਹੋ, ਮੁਬਾਰਕ। ਸਾਡੇ ਵਰਗੇ ਬੋਲ ਰਹੇ ਆ, ਉਹ ਤਾਂ ਪਤਾ ਨਹੀਂ ਕੀ ਹੈ, ਪਰ ਜੋ ਵੀ ਹੈ ਜਿਹੜੇ ਬੋਲ ਰਹੇ ਠੀਕ ਆ। ਔਰ ਇਸ ਤਰਕ ਤੇ ਬਿਲਕੁਲ ਸਹੀ ਆ ਕਿ ਭਾਰਤ ਹੈ ਜਿਹੜਾ ਉਹ ਭਾਰਤ ਆ, ਇੰਡੀਆ, ਨਾ ਕਿ ਇੱਕ ਹਿੰਦੂ ਨੇਸ਼ਨ ਹੈ। ਉਸੇ ਚਾਲ ਨੂੰ ਤੁਰੇ ਤਾਂ ਹੋਏ ਨੇ, ਪਰ ਜਿੱਦਾਂ ਤੁਸੀਂ ਕਿਹਾ ਵੀ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਵੀ ਬੋਲ ਵੀ ਜਿਹੜਾ ਇਹਨਾਂ ਦੇ ਮੂਹਰਿਓਂ ਕੋਈ ਨਹੀਂ ਰਿਹਾ, ਸਾਰੇ ਜਣੇ ਚੁੱਪ ਬੱਟੀ ਬੈਠੇ ਹੋਏ ਨੇ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਹਰਬੰਸ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਰਬੰਸ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਵਾਰੀ ਜੀ ਖਬਰ ਸੁਣੀ ਸੀ ਕਿ ਕਸ਼ਮੀਰ ਦੇ ਵਿੱਚ ਬੀਜੇਪੀ ਵਾਲਿਆਂ ਨੇ 50,000 ਮੰਦਰ ਰੀਕਨਸਟਰਕਟ ਖੜੇ ਕਰਨੇ ਆ। ਇਹਨਾਂ ਦੇ ਮੁਤਾਬਕ ਵੀ ਉਹ ਮੰਦਰ ਸ਼ਾਇਦ ਢਾਹ ਦਿੱਤੇ ਗਏ ਸੀਗੇ ਮੁਸਲਮਾਨਾਂ ਨੇ ਕਿਤੇ, ਤੇ ਉਹ ਹੁਣ ਇਹਨਾਂ ਨੇ ਉੱਥੇ ਖੜੇ ਕਰਨਾ। ਤੇ ਮੈਨੂੰ ਇਹ ਜਾਪਦਾ ਵੀ ਇਹ 50,000 ਮੰਦਰ ਉੱਥੇ ਖੜਾ ਕਰਨਾ, ਤੇ ਪਰ ਮੰਦਰ ਜੇ 5 ਮੰਦਰ ਵੀ ਲਾਈਏ ਤੇ 2.5 ਲੱਖ ਬੰਦਾ ਉੱਥੇ ਜਾ ਕੇ ਵਾੜ ਦੇਣ, ਤੇ ਉਹਨੂੰ 2.5 ਲੱਖ ਨੂੰ ਕਿੱਦਾਂ ਖਬਰ ਕੀ ਆ ਤੇ ਕੀ ਅਸਲੀਅਤ ਇਹਦੇ ਵਿੱਚ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ ਜੀ? ਨਹੀਂ ਦੇਖੋ, ਜੇ ਗੁਰਦੁਆਰਾ ਕੋਈ ਬਣਾ ਸਕਦਾ, ਮੰਦਿਰ ਵੀ ਬਣਾਵੇ, ਮਸਜਿਦ ਵੀ ਬਣਾਵੇ, ਡਜ਼ਨਟ ਮੈਟਰ, ਕਿਉਂਕਿ ਧਰਮ ਨੂੰ ਵੀ ਆਜ਼ਾਦੀ ਹੈ ਨਾ ਜੀ। ਜੇ ਆਪਾਂ ਲੋਕਤੰਤਰ ਦੇ ਵਿੱਚ ਇੱਕ ਵਿਅਕਤੀ ਨੂੰ ਆਜ਼ਾਦੀ ਆ, ਤਾਂ ਧਰਮ ਨੂੰ ਵੀ ਆਜ਼ਾਦੀ ਹੈ, ਉਹ ਪ੍ਰਚਾਰ ਕਰ ਸਕਦਾ, ਪ੍ਰਸਾਰ ਕਰ ਸਕਦਾ। ਸਾਨੂੰ RSS ਨਾਲ ਕੋਈ ਸਮੱਸਿਆ ਨਹੀਂ ਹੈ, ਆਪਦਾ ਪ੍ਰਚਾਰ ਕਰੇ, ਪ੍ਰਸਾਰ ਕਰੇ, ਮੰਦਿਰ ਬਣਾਵੇ, ਜੋ ਮਰਜ਼ੀ ਕਰੇ। ਸਮੱਸਿਆ ਉੱਥੇ ਉਤਪੰਨ ਹੁੰਦੀ ਆ ਕਿ ਜਿੱਥੇ ਸੰਵਿਧਾਨ ਇਹ ਗੱਲ, ਭਾਈ ਭਾਰਤ ਧਰਮ ਨਿਰਪੱਖ ਦੇਸ਼ ਹੈ, ਭਾਰਤ ਜਮਹੂਰੀ ਦੇਸ਼ ਹੈ, ਔਰ ਸੰਵਿਧਾਨ ਜਿੱਥੇ ਆ ਕੇ ਇੱਕ ਸ਼ਾਦੀ ਲੈਂਦਾ, ਇੱਕ ਜਾਮਣੀ ਲੈਂਦਾ ਕਿ ਭਾਈ ਤੁਸੀਂ ਆ ਜਾਓ, ਆਪਾਂ ਯੂਨਾਈਟ ਹੁੰਦੇ ਆ, ਯੂਨੀਅਨ ਦੇ ਵਿੱਚ ਆਉਂਦੇ ਆ, ਤੁਹਾਡੀ ਜੋ ਵਿਲੱਖਣਤਾ ਹੈ ਉਹ ਸੁਰੱਖਿਅਤ ਰਹੂਗੀ। ਜਦੋਂ ਉਹਨੂੰ ਖਤਰਾ ਹੁੰਦਾ ਤਾਂ ਅਸੀਂ ਪਿੱਟਦੇ ਹਾਂ, ਚਾਹੇ ਅਸੀਂ ਨਾਸਤਿਕ ਹਾਂ, ਆਸਤਿਕ ਹਾਂ, ਚਾਹੇ ਅਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹਾਂ, ਉਹ ਸਮੱਸਿਆ ਨਹੀਂ। ਮੰਦਿਰ ਬਣਾਉਣ, ਮਸਜਿਦ ਬਣਾਉਣ, ਕੋਈ ਇਹਦੇ 'ਚ ਫਰਕ ਨਹੀਂ ਹੈ। ਫਰਕ ਇਸ ਗੱਲ ਦਾ ਹੀ ਆ, ਮੁੱਦਾ ਇਸ ਗੱਲ ਦਾ ਹੀ ਆ
ਕਿ ਭਾਈ ਤੁਸੀਂ ਦੂਜੀਆਂ ਚੀਜ਼ਾਂ ਨੂੰ, ਜਿਹੜੇ ਦੂਜੇ ਨਿਆਰੇਪਨ ਆ ਜਿਹੜੇ, ਉਹਨਾਂ ਨੂੰ ਕਿਉਂ ਖਤਮ ਕਰਦੇ ਤੁਲੇ ਹੋ, ਕਿਉਂ ਬਿਆਨ ਦੇ ਰਹੇ ਹੋ? ਤਾਂ ਮੰਦਰ ਤਾਂ ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਨੂੰ ਨਾਂ ਭੁੱਲ ਗਿਆ ਸਰ ਦਾ, ਦੱਸੋਗੇ ਰਾਜਕਰਮਵੀਰ ਸਿੰਘ ਜੀ? ਹਰਬੰਸ ਸਿੰਘ, ਹਾਂਜੀ ਸਰ ਜੀ। ਉੱਥੇ ਇਦਾਂ ਦੇ ਵੀ ਮੰਦਰ ਆ ਜਿਨ੍ਹਾਂ ਨੂੰ ਮੁਸਲਮਾਨ ਸਾਂਭਦੇ ਆ, ਕਿਉਂਕਿ ਕਸ਼ਮੀਰੀ ਪੰਡਤ ਹਿਜਰਤ ਹੋ ਗਈ, ਅਸੀਂ ਉਹਨਾਂ ਦਾ ਦਰਦ ਭੁੱਲ ਜਾਂਦੇ ਆ। RSS ਦੇ ਬੰਦੇ ਜਿਹੜੇ ਹੁਣ ਪਿੱਛੇ ਜੇ ਇੱਕ ਪਰਿਵਾਰ ਕਤਲ ਹੋਇਆ RSS ਦਾ, ਉਹ ਵੀ ਅਸੀਂ ਕਵਾਂਗੇ ਕਿ ਭੁੱਲ ਜਾਂਦੇ ਆ। ਉਹ ਠੀਕ ਆ ਕਿ ਵਿਚਾਰ ਧਾਰਕ ਵਖਰੇਵਾ ਹੋ ਸਕਦਾ, ਪਰ ਕਤਲੋਗਾਰਤ ਇੱਕੋ ਜਿਹਾ ਹੁੰਦਾ ਹੈ, ਜ਼ੁਲਮ ਇੱਕੋ ਜਿਹਾ ਹੁੰਦਾ ਹੈ, ਹਿਜਰਤ ਇੱਕੋ ਜਿਹੀ ਹੁੰਦੀ ਆ। ਕਸ਼ਮੀਰੀ ਪੰਡਤ ਉੱਥੇ ਉਜਾੜੇ ਗਏ, ਇੱਕੋ ਜਿਹੀ ਗੱਲ ਆ। ਕਸ਼ਮੀਰੀਆਂ ਦਾ ਜਿਹੜਾ ਉਜਾੜਾ ਹੋਇਆ, ਉਸ ਤੋਂ ਬਾਅਦ ਕੁਝ ਐਸੇ ਮੰਦਰ ਸੀਗੇ ਜਿਹੜੇ ਮੁਸਲਮਾਨਾਂ ਨੇ ਸੰਭਾਲੇ ਹੋਏ ਹੁਣ ਤੱਕ, ਕਿ ਸਾਡੇ ਗਵਾਂਢੀ ਮੁੜਨਗੇ ਤੇ ਅਸੀਂ ਇਕੱਠੇ ਬੈਠ ਕੇ ਫਿਰ ਉਹ ਆਯੋਜਨ ਕਰਾਂਗੇ। ਜਿਵੇਂ ਆਪਣੇ ਪੰਜਾਬ ਦੇ ਵਿੱਚ ਹੋਇਆ ਸੀਗਾ ਕਿ ਜਦੋਂ ਇੱਥੋਂ ਵੰਡ ਹੋਈ, ਉਸ ਤੋਂ ਬਾਅਦ ਕੁਝ ਮਸੀਤਾਂ ਇਹੋ ਜਿਹੀਆਂ ਸੀਗੀਆਂ ਜਿਨ੍ਹਾਂ ਨੂੰ ਲੋਕਾਂ ਨੇ ਸਾਂਭ ਕੇ ਰੱਖਿਆ। ਤਾਂ ਇਹੀ ਇਸ ਦੇਸ਼ ਦੀ ਖੂਬਸੂਰਤੀ ਆ, ਇਹੀ ਇਸ ਦੇਸ਼ ਦੇ ਸਮਾਜ ਦਾ ਸਭ ਤੋਂ, ਮੈਂ ਕਹੂੰਗਾ ਕਿ ਇੱਕ ਕਹੀਏ ਵਿਲੱਖਣ ਨਿਆਰਾਪਨ ਆ, ਕਿ ਲੋਕ ਜਿਹੜੇ ਆ ਉਹ ਦੂਸਰੇ ਦੇ ਧਰਮ ਦਾ ਆਦਰ ਕਰਦੇ ਆ। ਪਰ ਰੌਲਾ ਉੱਥੇ ਆ ਕੇ ਪੈਂਦਾ ਜਦੋਂ ਇੱਕ ਧਰਮ ਵਾਲੇ ਕਹਿੰਦੇ ਆ ਕਿ ਨਹੀਂ, ਦੂਸਰੇ ਜਿਹੜੇ ਆ ਉਹ ਦੂਜੇ ਦਰਜੇ ਦੇ ਆ, ਅਸੀਂ ਉੱਤਮ ਆ। ਜੀ ਜੀ, ਅਗਲੇ ਕਾਲਰ ਨੇ ਸੁਖਵੰਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਇਹ ਸੀ ਬਈ, ਜਿਸ ਤਰ੍ਹਾਂ ਜੇ ਆਪਣੇ ਕੋਲ ਇੱਥੋਂ ਦਾ ਅਮਰੀਕਨ ਪਾਸਪੋਰਟ ਆ ਤੇ ਆਪਾਂ ਕਰਤਾਰਪੁਰ ਜਾਣਾ ਹੋਵੇ, ਤੇ ਕੀ ਆਪਾਂ ਨੂੰ ਇੱਥੋਂ ਕੁਝ ਕਰਨਾ ਪਊ, ਵੀਜ਼ਾ ਲੈਣਾ, ਜਾਂ ਉੱਥੇ ਕੁਝ ਕਰ ਸਕਦੇ? ਉਹਦੇ ਲਈ ਤਾਂ ਹਾਂਜੀ, ਜੇ ਅਮਰੀਕਨ ਸਿਟੀਜ਼ਨ ਹੋ ਜੀ ਤੁਸੀਂ, ਫਿਰ ਤਾਂ ਤੁਹਾਨੂੰ ਪਾਕਿਸਤਾਨ ਦਾ ਵੀਜ਼ਾ ਲੈ ਕੇ ਜਾਣਾ ਪਊਗਾ, ਫਿਰ ਹੀ ਗੱਲ ਬਣੂਗੀ। ਇੱਥੋਂ ਲੈਣਾ ਪਊਗਾ? ਹਾਂਜੀ, ਇੱਥੋਂ ਹੀ ਜਿਹੜਾ ਤੁਹਾਨੂੰ ਲੈਣਾ ਪਊਗਾ, ਪਾਕਿਸਤਾਨ ਦੀ ਐਮਬੈਸੀ ਦੇ ਵਿੱਚ ਤੁਹਾਨੂੰ ਜਾ ਕੇ ਅਪਲਾਈ ਕਰਨਾ ਪਊਗਾ ਜੀ। ਕਿੱਥੇ ਹੋਏਗੀ ਜੀ ਐਮਬੈਸੀ? ਇਹ ਹੁਣ ਤੁਹਾਨੂੰ ਆਨਲਾਈਨ ਸਰਚ ਕਰਨੀ ਪੈਣੀ ਆ, ਰਾਈਟ ਨਾਓ ਮੇਰੇ ਨਹੀਂ ਸਾਹਮਣੇ ਨਹੀਂ ਹੈਗੀ ਇਨਫੋਰਮੇਸ਼ਨ। ਓਕੇ, ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਜੀ ਬਿਲਕੁਲ। ਸੋ ਜਿਹੜੇ ਮੁਲਕ ਦਾ ਸਿਟੀਜ਼ਨ ਆ, ਜੇ ਉਹ ਜਿਹੜਾ ਕੋਰੀਡੋਰ ਆ, ਜੇ ਮੈਂ ਗਲਤ ਨਹੀਂ ਆ ਮਿੰਟੂ ਜੀ, ਵੀ ਜੇ ਹੁਣ ਅਮਰੀਕਾ ਦਾ ਕੋਈ ਨਾਗਰਿਕ, ਉਹਨੂੰ ਤਾਂ ਇੱਥੋਂ ਹੀ ਇਜਾਜ਼ਤ ਲੈ ਕੇ ਜਾਣਾ ਪਊਗਾ ਕਿ ਉਹ ਇੰਡੀਆ ਦੇ ਥਰੂ? ਜਿਹੜਾ ਦੂਜਾ ਮਤਲਬ ਕਿ ਜਿਹੜਾ ਕਿਸੇ ਦਾ ਪਰਮਾਨੈਂਟ ਰੈਜ਼ੀਡੈਂਟ ਨਹੀਂ ਹੈ, NRI ਹੈ, ਤਾਂ ਉਹ ਪੋਰਟਲ ਤੇ ਕਰ ਸਕਦਾ ਹੈ, ਪੋਰਟਲ ਤੇ ਕਰ। ਪਰ ਰੌਲਾ ਇਹ ਆ ਕਿ ਪੋਰਟਲ ਖੁੱਲ ਨਹੀਂ ਰਿਹਾ। ਮੈਂ ਤਾਂ ਖੁਦ ਹੈਰਾਨ ਆ, ਪਹਿਲਾਂ 4 ਤਰੀਕ ਦਿੱਤੀ, ਫਿਰ 9 ਦਿੱਤੀ, ਹੁਣ ਕੋਈ ਡੈਡਲਾਈਨ ਹੀ ਨਹੀਂ ਹੈ। ਜੀ ਜੀ, ਜਿਹੜੇ ਅਜੇ ਵੀ ਜੀ, ਮੈਂ ਇੱਕ ਵਾਰੀ ਜਿੱਦਾਂ ਵੀ ਜਿਹਨਾਂ ਗ੍ਰੀਨ ਕਾਰਡ ਹੋਲਡਰ ਆ, ਜਿਹੜਾ ਅਜੇ ਵੀ ਭਾਰਤ ਦੀ ਜਿਹਨਾਂ ਕੋਲ ਨਾਗਰਿਕਤਾ ਹੈ, ਉਹ ਉੱਥੋਂ ਜਿਹੜਾ ਉਹ ਕਰ ਸਕਦੇ ਆ ਅਪਲਾਈ। ਹਾਂ, ਉਹ ਕਰ ਸਕਦੇ ਜਿਨ੍ਹਾਂ ਨੇ ਨਾਗਰਿਕਤਾ ਛੱਡੀ ਨਹੀਂ ਹੈ, ਜਿਨ੍ਹਾਂ ਨੇ ਨਹੀਂ ਛੱਡੀ ਉਹ ਕਰ ਸਕਦੇ ਨੇ। ਸੋ ਇਹ ਵੀ ਪਤਾ ਨਹੀਂ ਹੁਣ ਵੀ ਕਦੋਂ ਉੱਥੋਂ ਜਿਹੜਾ ਵੀ ਕੋਈ ਆਊਗੀ ਖੁਸ਼ਖਬਰੀ, ਵੀ ਕਦੋਂ। ਉਹ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹਨਾਂ ਨੇ ਪੁਲਿਸ ਵੈਰੀਫਿਕੇਸ਼ਨ ਦਾ ਵੀ ਪੰਗਾ ਪਾਇਆ, ਜਿਹਦੇ ਤੇ ਕੋਈ ਕੇਸ ਕੁਛ ਚੱਲਦਾ ਤਾਂ ਉਹ ਵੀ ਆਪਦਾ ਸਤਰਕ ਰਿਓ, ਆਪਦੇ ਚਕੰਨੇ ਰਿਓ। ਇਹਨਾਂ ਨੇ ਵੈਰੀਫਿਕੇਸ਼ਨ ਦਾ ਵੀ ਪੰਗਾ ਪਾ ਲਿਆ, ਪਾਕਿਸਤਾਨੀਆਂ ਨੇ CID ਰਿਪੋਰਟ ਦਾ ਵੀ ਪਾ ਲਿਆ। ਜੀ ਜੀ। ਸੋ ਜਿਹੜੇ ਤਾਂ ਅਮਰੀਕੀ ਨਾਗਰਿਕ ਨੇ, ਉਹਨਾਂ ਲਈ ਤਾਂ ਨਹੀਂ ਕੋਈ ਟੈਨਸ਼ਨ, ਉਹ ਤੁਸੀਂ ਇੱਥੇ ਜਾ ਕੇ ਸਿੱਧਾ ਪਾਕਿਸਤਾਨ ਦੀ ਐਮਬੈਸੀ ਦੇ ਥਰੂ ਜਾ ਕੇ ਤੁਸੀਂ ਅਪਲਾਈ ਜਿਹੜਾ ਉਹ ਕਰ ਸਕਦੇ ਹੋ, ਉੱਥੋਂ ਦਾ ਵੀਜ਼ਾ ਲੈ ਕੇ ਤੁਸੀਂ ਉੱਥੇ ਦਰਸ਼ਨ ਕਰਨ ਦੇ ਲਈ ਜਾ ਸਕਦੇ ਹੋ। ਅਗਲੇ ਕਾਲਰ ਨੇ ਬਲਰਾਜ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਦੋਵੇਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਜੀ, ਮੈਂ ਇੱਕ ਗੱਲ ਪੁੱਛਣੀ ਆ ਵੀ ਜਿੱਦਾਂ ਆਮ ਆਪਾਂ ਕਹਿੰਦੇ ਆ ਵੀ ਸਾਰੇ ਹਨਾ ਵੀ ਹਿੰਦੂ ਫਿਰਕਾ ਪ੍ਰਸਤ ਨਹੀਂ, ਇਹੋ ਜਿਹੇ ਨਹੀਂ ਹਨਾ ਵੀ ਮਾੜੇ ਨਹੀਂ ਹੈਗੇ, ਪਰ ਜਦੋਂ ਹੁਣ ਜਿਵੇਂ ਆਹ ਕੋਈ ਪੁੱਠਾ ਸਿੱਧਾ ਕੋਈ ਬਿਆਨ ਦਿੰਦਾ ਵਾ, ਉਦੋਂ ਕੋਈ ਮਜ਼ਾਰਾ ਨਹੀਂ ਹੁੰਦਾ। ਫੇਸਬੁੱਕ ਤੇ ਜੇ 4 ਕਮੈਂਟ ਲਿਖਤੇ ਕਿਸੇ ਨੇ ਤਾਂ ਠੀਕ ਆ, ਨਹੀਂ ਕੋਈ ਜਿਵੇਂ ਜੰਤਰ ਮੰਤਰ ਤੇ ਕੋਈ ਧਰਨਾ ਧੁਰਨਾ ਇਹੋ ਜਿਹਾ ਕੁਛ ਨਹੀਂ ਹੁੰਦਾ ਹਨਾ। ਵੀ ਕੀ ਉਹਨਾਂ ਦੀ ਇਸ ਖਾਮੋਸ਼ੀ ਨੂੰ ਉਹਨਾਂ ਦੀ ਹਾਮੀ ਸਮਝਿਆ ਜਾਵੇ ਵੀ ਉਹ ਵੀ ਚਾਹੁੰਦੇ ਆ? ਤੇ ਦੂਜੀ ਗੱਲ ਇਹ ਆ ਵੀ ਜਿਵੇਂ ਕੋਈ ਇੱਥੇ ਅੱਗੇ ਦਿੱਲੀ 'ਚ ਨਿਰਭਇਆ ਕਾਂਡ ਹੋਏ ਸੀ, ਕਿਹੜਾ ਕਾਂਡ ਹੋਇਆ ਸੀ, ਉਦੋਂ ਜੰਤਰ ਮੰਤਰ ਤੇ ਮੋਮਬੱਤੀਆਂ ਬਾਲ ਕੇ ਬੈਠੇ ਲੋਕ ਹਨਾ। ਆਸਿਫਾ ਦਾ ਵਿਚਾਰੀ ਦਾ ਰੇਪ ਹੁੰਦਾ, ਉਹਦਾ ਵਿਚਾਰ ਦਾ ਰੇਪ ਇੱਧਰ ਪਠਾਨਕੋਟ ਸ਼ਿਫਟ ਕਰਨਾ ਪੈ ਜਾਂਦਾ, ਉਹਦੇ ਹੱਕ 'ਚ ਕਿੰਨੇ ਕੁ ਖੜੇ? ਫਿਰ ਜੇ ਹੁਣ ਮੰਨ ਲਓ ਕੱਲ੍ਹ ਨੂੰ ਕੋਈ ਅੱਕਿਆ ਹੋਇਆ ਮੁਸਲਮਾਨ ਕੋਈ ਬਾਤ ਘਾਟ ਕਰਦਾ, ਫਿਰ ਉਹਦੀ ਜ਼ਿੰਮੇਵਾਰੀ ਕੀ ਆਮ ਲੋਕਾਂ ਦੀ ਵੀ ਬਰਾਬਰ ਬਣੂਗੀ? ਉਹ ਵੀ ਫਿਰ ਬਰਾਬਰ ਜ਼ਿੰਮੇਵਾਰ ਹੋਣਗੇ ਜੀ? ਕਦੀ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਜਾਂ ਜ਼ੁਲਮ ਕਰਨ ਵਾਲੇ ਦੀ ਹੋਊਗੀ, ਵੀ ਜਿਹੜਾ ਬੰਬ ਬਲਾਸਟ ਜਾਂ ਜੋ ਕੁਛ ਵੀ ਕੋਈ ਕਰਦੇ ਆਪਾਂ ਉਹਦੇ ਹੱਕ 'ਚ ਨਹੀਂ ਹੈਗੇ। ਨਿਰਦੋਸ਼ ਕਿਤੇ ਵੀ ਮਰੇ, ਚਾਹੇ ਕਿਸੇ ਵੀ ਧਰਮ ਦਾ ਮਰੇ, ਆਪੋ ਉਹਦੇ ਉਲਟਾ। ਪਰ ਇਹ ਆਮ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਵੀ ਉਹ ਇਕੱਠੇ ਹੋ ਕੇ ਸਰਕਾਰ ਤੇ ਪ੍ਰੈਸ਼ਰ ਪਾਉਣ ਵੀ ਆਹ ਕੀ ਤੁਸੀਂ 30 ਦਿਨ ਕੁਛ ਕਹਿ ਦਿੰਦੇ ਹੋ। ਆਹੀ ਸਵਾਲ ਹੈ, ਪਲੀਜ਼ ਫੋਨ ਨਾ ਕੱਟਿਓ। ਦੇਖੋ ਭਾਜੀ, ਮੈਂ ਬਹੁਤ ਤੁਹਾਡੇ ਤੋਂ ਨਾ ਘੱਟ ਪੜਿਆ ਲਿਖਿਆ ਬੰਦਾ ਵਾਂ, ਤੇ ਬੜੀ ਸੂਝ ਬੂਝ ਘੱਟ ਆ, ਤੇ
ਇੱਕ ਕਬੀਲਦਾਰੀ ਦੁਨੀਆ ਦੇ ਵਿੱਚ ਜੁੜਿਆ ਬੰਦਾ ਵਾ, ਹਨਾ। ਪਰ ਫਿਰ ਵੀ ਮੈਂ ਕਹੂੰਗਾ ਕਿ ਤੁਹਾਡੀਆਂ ਗੱਲਾਂ ਨਾ ਬਹੁਤ ਕੁਝ ਸਿਖਾਉਂਦੀਆਂ। ਹਾਂ, ਹੁਣ ਇਹ ਵੱਡਾ ਸਵਾਲ ਆ, ਬਹੁਤ ਵੱਡਾ ਸਵਾਲ ਆ ਕਿ ਬਹੁ ਗਿਣਤੀ 'ਚ ਸਾਨੂੰ ਸੱਚ ਝੂਠ ਪਛਾਣਨ ਦੀ ਉਹ ਇੱਕ ਯੋਗਤਾ ਹੋਣੀ ਚਾਹੀਦੀ ਆ, ਜੇ ਅਸੀਂ ਸਹੀ ਡੈਮੋਕ੍ਰੇਸੀ ਬਣਾਉਣੀ ਆ। ਪਰ ਉਲਟਾ ਹੋ ਕੀ ਰਿਹਾ ਕਿ ਅਸੀਂ ਧਰਮ ਦੇ ਮਾਮਲੇ 'ਚ ਗੋਲਬੰਦੀ ਕਰ ਲੈਂਦੇ ਹਾਂ। ਤੁਸੀਂ ਮੰਨ ਲਓ ਜੇ ਸਿੱਖ ਬਹੁ ਗਿਣਤੀ ਹੁੰਦੀ ਇਸ ਮੁਲਕ ਦੇ ਵਿੱਚ ਤਾਂ ਕੀ ਹੁੰਦਾ? ਮੈਂ ਸੱਚ ਦੱਸਾਂ, ਮੈਂ ਆਪਦੇ ਦਿਲ ਦੀ ਪੀੜਾ ਤੁਹਾਨੂੰ ਦੱਸਦਾ ਕਿ ਜੇ ਕਿਤੇ ਸਿੱਖ ਧਰਮ ਦੀ ਕੋਈ ਗੱਲ ਕਰ ਲਈਏ, ਕੋਈ ਸਵਾਲ ਕਰ ਲਈਏ, ਜੋ ਸਾਨੂੰ ਬਰਦਾਸ਼ਤ ਕਰਨਾ ਪੈਂਦਾ, ਉਹ ਮੇਰੇ ਮਨ ਦੇ ਅੰਦਰ ਹੈ। ਤਾਂ ਕਹਿੰਦਾ ਭਾਵ ਇਹ ਆ ਕਿ ਜਿਹੜਾ ਬਹੁ ਗਿਣਤੀ 'ਚ ਹੁੰਦਾ ਕਰਦਾ ਇੱਦਾਂ ਹੀ। ਪਰ ਇਹ ਹੋਣਾ ਨਹੀਂ ਚਾਹੀਦਾ। ਜਿਹੜਾ ਦੇਸ਼ ਦਾ ਨਾਗਰਿਕ ਪੜ੍ਹਿਆ ਲਿਖਿਆ ਉਹ ਆਪਣੇ ਪੱਧਰ ਤੇ ਸੋਚੇ ਕਿ ਕੀ ਗਲਤ ਹੈ। ਜਿੱਦਾਂ ਤੁਸੀਂ ਹਵਾਲੇ ਦਿੱਤੇ ਆ, ਉਹਨਾਂ ਨੂੰ ਮੈਂ ਦੇਣ ਦਾ ਮੈਂ ਕਹੂੰਗਾ ਕਿ ਮੈਂ ਉਹ ਨਹੀਂ ਕਰੂੰਗਾ, ਹੌਸਲਾ ਨਹੀਂ ਕਰੂੰਗਾ। ਜਿੱਦਾਂ ਤੁਸੀਂ ਕਿਹਾ ਕਿ ਫਲਾਂ ਕੰਮ ਉਹਨਾਂ ਨੇ ਕੀਤਾ ਹੁੰਦਾ, ਟਮਕਾ ਕੰਮ ਉਹਨਾਂ ਨੇ ਕੀਤਾ ਹੁੰਦਾ। ਕਹਿਣ ਦਾ ਮਤਲਬ ਇਹ ਆ ਕਿ ਜੇ ਅਸੀਂ ਜਾਗਰਤ ਹੋਈਏ, ਅਸੀਂ ਇਹਨਾਂ ਮਜ਼ਹਬਾਂ ਤੋਂ ਉੱਤੇ ਉੱਠ ਕੇ ਸੋਚੀਏ ਕਿ ਨਹੀਂ, ਗਲਤ ਗਲਤ ਹੈ। ਤੇ ਜੇ ਗਲਤ ਨੂੰ ਗਲਤ ਕਹਿਣਾ ਹੋਵੇ ਤਾਂ ਫਿਰ ਮੇਰੇ ਖਿਆਲ ਦੇ ਨਾਲ ਮੋਦੀ ਦੀ ਸਰਕਾਰ ਰਿਪੀਟ ਨਹੀਂ ਸੀ ਹੁੰਦੀ। ਰਿਪੀਟ ਕਿੱਦਾਂ ਹੋਈ? ਸਿਰਫ ਇੱਕ ਧਾਰਮਿਕ ਕਤਾਰਬੰਦੀ, ਗੋਲਬੰਦੀ ਦੇ ਤਹਿਤ। ਕਿਉਂਕਿ ਇਹਨਾਂ ਦੀ ਕੋਈ ਪ੍ਰਾਪਤੀ ਕੀ ਸੀ? ਮੈਨੂੰ ਦੱਸ ਦਿਓ ਤੁਸੀਂ ਆਪ। ਕੋਈ ਪ੍ਰਾਪਤੀ ਨਹੀਂ ਸੀ ਸਿਵਾਏ ਇਸ ਗੱਲ ਦੇ ਕਿ ਇਹ ਬੰਦੇ ਮਾਹਰ ਸਨ। ਮੈਂ ਇਹਨਾਂ ਕਹਿਣਾ ਕਿ ਜਿਹੜੀ ਇਹਨਾਂ ਦੀ ਸਮਾਜ ਦੀ ਮੈਨੇਜਮੈਂਟ ਆ, ਕਮਾਲ ਦੀ ਆ। ਇਹਨਾਂ ਨੇ ਵੰਡ ਕੇ ਸਮਾਜ ਤੇ ਆਪਣੇ ਪੱਖ 'ਚ ਐਸੀ ਗੋਲਬੰਦੀ ਕੀਤੀ ਕਿ ਭੁਗਤ ਗਏ ਸਾਰੇ। ਪਰ ਇਹ ਨਹੀਂ ਹੋਣਾ ਚਾਹੀਦਾ। ਜਿੱਦਾਂ ਅਸੀਂ ਕਹਿੰਦੇ ਹਾਂ ਕਿ ਕਸ਼ਮੀਰੀ ਪੰਡਤਾਂ ਦੀ ਹਿਜਰਤ ਮਾੜੀ ਸੀ, RSS ਚਾਹੇ ਕੇਰਲ ਦੇ ਵਿੱਚ ਹੁੰਦਾ, ਚਾਹੇ ਤਮਿਲਨਾਡੂ ਦੇ ਵਿੱਚ ਹੁੰਦਾ, ਬੰਗਾਲ ਦੇ ਵਿੱਚ ਹੁੰਦਾ, ਮਾੜਾ ਹੈ। ਤਾਂ ਇਹੀ ਸੋਚ ਸਾਰੇ ਅਪਣਾ ਲੈਣ ਤਾਂ ਮੈਂ ਕਹਿੰਦਾ ਮੈਟਰ ਕੋਈ ਨਹੀਂ। ਜੀ ਜੀ ਜੀ। ਅਗਲੇ ਕਾਲਰ ਨੇ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਭਾਜੀ, ਮੈਂ ਕੁਐਸਚਨ ਪੁੱਛਣਾ ਸੀ। ਜਿਹੜਾ ਆਪਣੇ 5-7 ਕੰਟਰੀਆਂ ਤੋਂ 10 ਕੰਟਰੀਆਂ ਤੋਂ ਸਿੰਘ ਸਾਹਿਬ ਗਏ ਸੀ ਇਹ ਅਕਾਲ ਤਖ਼ਤ ਸਾਹਿਬ ਤੇ ਝੰਡਿਆਂ ਵਾਲੀ ਦੀ ਸ਼ਿਕਾਇਤ ਕਰਨ, ਉਹਦੇ ਬਾਰੇ ਕੋਈ ਦੱਸ ਸਕਦੇ ਜੀ? ਹਾਂ, ਹੈਲੋ, ਰਿਪੀਟ ਕਰੋ। ਜਿੱਦਾਂ ਜੀ ਇੱਥੋਂ ਆਪਣੇ 10-12 ਕੰਟਰੀਆਂ ਤੋਂ ਸਿੰਘ ਸਾਹਿਬ ਗਏ ਸੀਗੇ ਅਕਾਲ ਤਖ਼ਤ ਸਾਹਿਬ ਤੇ ਝੰਡਿਆਂ ਵਾਲੀ ਦੀ ਸ਼ਿਕਾਇਤ ਕਰਨ ਵਾਸਤੇ। ਮਾਈ ਭਾਗੋ ਬਾਰੇ ਗੱਲ ਕਰਦਾ ਸੀ, ਉਹਦੇ ਬਾਰੇ ਕੋਈ ਦੱਸ ਸਕਦੇ? ਕੀ ਅਪਡੇਟ ਆ ਜੀ? ਹੈ ਕੁਛ? ਦੇਖੋ, ਇੱਕ ਚੈਨਲ ਵਾਲੇ ਆ ਕੇ ਮੇਰੀ ਇੰਟਰਵਿਊ ਲੈ ਕੇ ਤੇ ਉੱਥੇ ਮੈਂ ਆਪਦਾ ਓਪੀਨੀਅਨ ਦੱਸ ਦਿੱਤਾ। ਤੇ ਅੱਜ ਦੀ ਤਰੀਕ ਦੇ ਵਿੱਚ ਜੋ ਮੈਂ ਇੱਕ ਤਾਂ ਮੈਨੂੰ ਆਪਦੇ ਘਰੇਲੂ ਵਾਸਤੇ ਕਰਿਆ ਤੇ ਉੱਥੇ ਜੋ ਹੋਣ ਡਿਆ ਮੈਂ ਬਰਦਾਸ਼ਤ ਕਰ ਰਿਹਾ। ਪਰ ਫਿਰ ਵੀ ਮੇਰੇ ਖਿਆਲ ਦੇ ਨਾਲ ਦੇਖੋ, ਇਤਿਹਾਸ ਦੇ ਪ੍ਰਤੀਕ ਦੇ ਵਿੱਚ ਜੇ ਜਾਓਗੇ ਸਵਾਲ ਵੀ ਹੋਣਗੇ, ਤੁਹਾਨੂੰ ਹੱਲ ਵੀ ਲੱਭਣੇ ਪੈਣਗੇ। ਤਾਂ ਸ਼ਿਕਾਇਤ ਕੀਤੀ ਆ, ਸਮਰਥਨ ਦੇ ਵਿੱਚ ਵੀ ਆਏ ਆ ਬਾਹਰਲੇ ਲੋਕ। ਮਤਲਬ ਕਿ ਬਰਾਬਰ ਹੀ ਆ ਕੰਮ। ਇਹ ਚੈਪਟਰ ਹੁਣ ਖੁੱਲ ਜਾਣਾ ਚਾਹੀਦਾ ਹੈ। ਇਹ ਤੈਅ ਹੋ ਜਾਣਾ ਚਾਹੀਦਾ ਕਿ ਰਲੇਵਾਂ ਕਿੱਥੇ ਹੋਇਆ, ਛੱਡਣਾ ਕੀ ਆ, ਰੱਖਣਾ ਕੀ ਆ, ਸਾਰਾ ਕੁਝ ਹੈ ਜਿਹੜਾ ਉਹ ਤੈਅ ਹੋ ਜਾਣਾ ਚਾਹੀਦਾ ਹੈ। ਪਰ ਇੱਕ ਨਾ ਮੈਂ ਕਹੂੰਗਾ ਇਹ ਤੋਂ ਹਟ ਕੇ ਰਾਜ ਕਰਨਵੀਰ ਸਿੰਘ ਜੀ, ਮੈਂ ਨਾ ਤੁਹਾਡੇ ਪੇਜ ਤੇ ਸਵਾਲ ਪੜ੍ਹਦਾ ਪਿਆ ਸੀਗਾ, ਕਿਹਾ ਕਿ ਸਿੱਖ ਅਗਰ ਬਹੁ ਗਿਣਤੀ 'ਚ ਹੁੰਦਾ ਤਾਂ ਆਹ ਹਾਲਾਤ ਬਿਲਕੁਲ ਨਹੀਂ ਸੀ ਹੋਣੇ। ਬਿਲਕੁਲ ਆ ਲਖਵੀਰ ਸਿੰਘ ਹੋਰਾਂ ਨੇ ਗੱਲ ਜਿਹੜੀ ਆ ਨਾ ਦਰੁਸਤ ਕਹੀ ਆ। ਅਕਬਰ ਤਾਕਤਵਰ ਹੋਇਆ, ਅਕਬਰ ਨੇ ਆਹ ਕੰਮ ਨਹੀਂ ਸੀ ਕੀਤਾ ਜਿਹੜਾ ਇਹ ਕਰਦੇ ਪਏ ਆ। ਮਾਫ ਕਰਨਾ, ਤੁਸੀਂ ਇਤਿਹਾਸ ਨੂੰ ਦੁਬਾਰਾ ਫੋਲ ਲਿਓ। ਮਹਾਰਾਜਾ ਰਣਜੀਤ ਸਿੰਘ ਹੋਇਆ, ਇਸ ਤਰ੍ਹਾਂ ਨਹੀਂ ਹੋਇਆ ਜਿਹੜਾ ਇਹ ਕਰਦੇ ਪਏ ਆ। ਬਿਲਕੁਲ ਲਖਵੀਰ ਸਿੰਘ ਹੋਰਾਂ ਨੇ ਬਿਲਕੁਲ ਚੋਟ ਕੀਤੀ ਮੇਰੀ ਮਾਨਸਿਕਤਾ ਤੇ। ਮੈਂ ਉਹ ਪੜ੍ਹਦਾ ਪਿਆ ਸੀਗਾ ਕਿ ਬਿਲਕੁਲ ਸਹੀ ਗੱਲ ਆ ਕਿ ਨਾ ਮੁਸਲਮਾਨਾਂ ਨੇ, ਮੁਗਲਾਂ ਨੂੰ ਜਿਹਨਾਂ ਨੂੰ ਪੰਡਿਆ ਜਾਂਦਾ ਹੈ, ਨਾ ਤਾਂ ਉਹਨਾਂ ਨੇ ਕੀਤਾ, ਨਾ ਰਣਜੀਤ ਸਿੰਘ ਹੋਰਾਂ ਨੇ ਕੀਤਾ ਏਦਾਂ ਜਿੱਦਾਂ ਇਹ ਕਰਦੇ ਪਏ ਕਿ ਨਹੀਂ ਅਸਲੇ ਸੁਹਾਗਾ ਫਿਰ ਦੇਣਾ। ਤਾਂ ਇਹ ਚੀਜ਼ ਜਿਹੜੀ ਆ ਵਾਕਿਆ ਬਿਲਕੁਲ ਸਹੀ ਆ। ਜੇ ਸਿੱਖ ਰਾਜ ਦੇ ਵਿੱਚ ਹੁੰਦੇ ਤਾਂ ਸ਼ਾਇਦ ਉਹ ਪ੍ਰੋਟੈਕਟ ਕਰਦੇ ਘੱਟ ਗਿਣਤੀਆਂ ਨੂੰ ਪ੍ਰੋਟੈਕਟ ਕਰਦੇ, ਜਿੱਦਾਂ 9ਵੇਂ ਪਾਤਸ਼ਾਹ ਨੇ ਕੀਤਾ ਵਾ। ਤਾਂ ਉਹਦਾ ਜਦੋਂ ਜ਼ਿਕਰ ਆਉਂਦਾ ਇਹਨਾਂ ਦੀ ਝੱਗ ਛੁੱਟ ਜਾਂਦੀ ਆ। ਉੱਥੇ ਸਵਾਲ ਨਹੀਂ ਬੋੜਦਾ ਇਹਨਾਂ ਨੂੰ, ਜਵਾਬ ਨਹੀਂ ਬੋੜਦਾ ਇਹਨਾਂ ਨੂੰ, ਕੋਈ ਸੰਦਰਭ ਨਹੀਂ ਬੋੜਦਾ, ਕੋਈ ਪ੍ਰਤੀਕ ਨਹੀਂ ਬੋੜਦਾ। ਜੀ ਜੀ ਜੀ। ਆਪਣੇ ਅੱਜ ਦੇ ਅਖੀਰਲੇ ਕਾਲ ਲਵਾਂਗੇ ਅਵਤਾਰ ਸਿੰਘ ਪੰਨੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਮੇਰਾ ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਸੀ ਕਿ ਜਦੋਂ ਕੋਈ ਖਾਲਿਸਤਾਨ ਦੀ ਗੱਲ ਕਰਦਾ ਵਾ ਤੇ ਉਸੇ ਵੇਲੇ ਉਹਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਤੇ ਉਹਦੇ ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ। ਕੀ ਇਹ ਹੁਣ ਜਿਸ ਤਰ੍ਹਾਂ ਇਹਨੇ ਦਿੱਤਾ ਵਾ RSS ਵਾਲੇ ਨੇ ਬਿਆਨ ਕਿ ਇਹ ਹਿੰਦੂ ਸਾਰੇ ਲੋਕ ਹਿੰਦੂ ਆ ਤੇ ਹਿੰਦੂਆਂ ਦਾ ਦੇਸ਼ ਆ, ਉਹਦੇ ਤੇ ਨਹੀਂ ਪਰਚਾ ਦਰਜ ਹੋ ਸਕਦਾ? ਜੀ ਨਹੀਂ, ਇਹ ਏਦਾਂ ਕੁਛ ਨਹੀਂ ਹੈਗਾ ਭਾਜੀ। ਖਾਲਿਸਤਾਨ ਦੀ ਗੱਲ ਇੱਥੇ ਸਾਰੇ ਹੀ ਕਰਦੇ ਆ। ਸਿਮਰਨਜੀਤ ਸਿੰਘ ਮਾਨ ਹੋਰੀ ਤਾਂ ਸਿਆਸਤ ਹੀ ਖਾਲਿਸਤਾਨ ਤੇ ਕਰਦੇ ਆ। ਜੀ ਜੀ ਬਿਲਕੁਲ। ਪਰ ਇਹ ਅਕਸਰ ਜਿਹੜਾ ਆਪਾਂ ਨੂੰ ਮਿੰਟੂ ਜੀ ਇਹ ਸੁਣਨ ਪਰ ਮੇਰੇ ਖਿਆਲ ਦੇ ਨਾਲ ਇਹ, ਹਾਂ ਬਿਲਕੁਲ, ਦੇਖੋ ਜੇ ਕੱਟੜਪੰਥਾ ਨਿੰਦਨੀ ਹੈ ਤਾਂ ਫਿਰ ਜੇ ਕੋਈ ਇਹ ਕਹਿੰਦਾ ਕਿ ਸਾਰੀ ਦੁਨੀਆ ਤੇ ਸਿੱਖ ਰਾਜ ਹੋਣਾ ਚਾਹੀਦਾ, ਫਿਰ ਸਾਨੂੰ ਤਾਂ ਵੀ ਖੜਾ ਹੋਣਾ ਪਊਗਾ ਤੇ ਸਾਰਾ ਹਿੰਦੁਸਤਾਨ ਇੱਕ ਹੀ ਕਰਨਾ। ਹਾਂ, ਮੈਂ ਜਿੱਦਾਂ ਅੱਗੇ ਕਿਹਾ, ਲਖਵੀਰ ਸਿੰਘ ਹੋਰਾਂ ਨੇ ਕਿਹਾ ਕਿ ਸਿੱਖਾਂ ਦਾ ਰਾਜ ਰਿਹਾ, ਉਸ ਰਾਜ ਦੇ ਵਿੱਚ ਇਸ ਤਰ੍ਹਾਂ ਦੀ ਨੌਬਤ ਨਹੀਂ ਆਈ। ਅਕਬਰ ਦੇ ਰਾਜ ਦੇ ਵਿੱਚ ਵੀ ਤੁਸੀਂ ਦੇਖੋਗੇ, ਹਾਂ ਦੂਜੇ ਜਿਹੜੇ ਮੁਗਲ ਸਮਰਾਟ ਸੀਗੇ ਉਹ ਸਭ ਕੁਝ ਕਰਦੇ ਰਹੇ ਆ, ਪਰ ਇਹ ਚੀਜ਼ਾਂ ਜਿਹੜੀਆਂ ਇਤਿਹਾਸ ਦੇ ਪਰਪੇਖ 'ਚ ਜੇ ਵੇਖੀਏ ਤਾਂ ਉਹ ਵਿਲੱਖਣ ਨੇ। ਤਾਂ ਬਿਲਕੁਲ ਸਹੀ ਗੱਲ ਆ ਕਿ ਮੈਂ ਇਹ ਗੱਲ ਸੋਚਦਾ ਅੱਜ ਦੇ ਦੌਰ ਦੇ ਵਿੱਚ ਕਿ ਸਾਨੂੰ ਇਹ ਚੀਜ਼ਾਂ ਛੱਡ ਕੇ ਇਹ ਸੋਚਣਾ ਚਾਹੀਦਾ ਕਿ ਇਸ ਮੁਲਕ ਨੂੰ ਅੱਗੇ ਕਿੱਦਾਂ ਵਧਾਉਣਾ ਹੈ, ਕਿਉਂਕਿ ਅੱਜ ਦੇ ਦੌਰ ਦੇ ਵਿੱਚ 20 ਕਰੋੜ 25 ਕਰੋੜ ਤੁਹਾਡੇ ਲੋਕ ਇਹੋ ਜਿਹੇ ਆ ਜਿਹੜੇ ਰੱਬ ਦੇ ਭਾਣੇ ਤੇ ਮਨਸਰ ਆ ਕਿ ਜੇ ਰੋਟੀ ਮਿਲ ਗਈ ਤਾਂ ਖਾ ਲਈ। ਉਹ ਤੁਸੀਂ ਕਿਹੜੀਆਂ ਗੱਲਾਂ ਕਰਦੇ ਆ ਯਾਰ? ਤੁਹਾਡਾ ਸਭ ਤੋਂ ਜ਼ਿਆਦਾ ਕੁਪੋਸ਼ਣ ਆ, ਇਲਿਟਰੇਸੀ ਦੇ ਮਾਮਲੇ 'ਚ ਤੁਸੀਂ ਬਹੁਤ ਪਛੜੇ ਹੋ। ਕਿਹੜੇ ਖੁਸ਼ੀ ਦੇ ਮਾਮਲੇ 'ਚ, ਜ਼ਿੰਦਗੀ ਜਿਉਣ ਦੇ ਮਾਮਲੇ 'ਚ ਤੁਸੀਂ ਪਛੜੇ ਹੋ। ਕਿੰਨੇ ਇੰਡੈਕਸ ਆ, ਕਿੰਨੀਆਂ ਦਰਜਾਬੰਦੀਆਂ ਜਿੱਤੇ ਪਛੜੇ। ਤੁਸੀਂ ਤੇ ਫਰੀडम ਆਫ ਪ੍ਰੈਸ ਦੇ ਮਾਮਲੇ ਦੇ ਵਿੱਚ 142 ਪਾਏਦਾਨ ਤੇ ਆ। ਇੱਧਰ ਕੰਮ ਕਰੋ, ਯਤਨ ਕਰੋ। ਰਾਸ਼ਟਰ ਕਿਹਦਾ, ਮੇਰੇ ਖਿਆਲ ਦੇ ਨਾਲ ਲੋੜ ਨਹੀਂ ਬਹਿਸ ਕਰਨ ਦੀ, ਕਿਉਂਕਿ ਜੇ ਪਿੱਛੇ ਜਾਓਗੇ ਰਾਸ਼ਟਰ ਆ ਜਿਹੜਾ ਉਹ ਰਾਸ਼ਟਰ ਉਹਨਾਂ ਲੋਕਾਂ ਦਾ ਨਿਕਲੂਗਾ ਜਿਨ੍ਹਾਂ ਨੂੰ ਤੁਸੀਂ ਇੱਕ ਨੁੱਕਰ ਤੇ ਕੱਢਿਆ ਹੋਇਆ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਸਮਾਪਤੀ ਹੈ ਅੱਜ ਦੇ ਇਸ ਪ੍ਰੋਗਰਾਮ ਦੀ। ਖਬਰ ਤੇ ਨਜ਼ਰ ਦੀ ਮਿਲਾਂਗੇ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।